ਮੈਂ ਇਹਨੂੰ ਅਸੀਂ ਨਾ ਪੰਜਾਬੀਆਂ ਦੀ ਮੰਕੀ ਹੈਬਿਟ ਕਹਿ ਦਿੰਦੇ ਹਾਂ ਕਿ ਆਪਾਂ ਲਾਈ ਲੱਗ ਬਹੁਤ ਜ਼ਿਆਦਾ ਹੁੰਦੇ ਬਿਨਾਂ ਕਿਸੇ ਪਾਰਟੀ ਦੇ ਖਿਲਾਫ ਗਏ। ਇਹ ਬਿੱਲ ਜਿਹੜੇ ਨੇ ਤਿੰਨੋਂ ਦੇ ਤਿੰਨੋਂ ਕਿਸਾਨਾਂ ਦੇ ਹੱਕ ਦੇ ਬਿੱਲ ਨੇ, ਕਿਤੇ ਵੀ ਅਗੇਂਸਟ ਨਹੀਂ ਹੈ। MSP ਚ ਖਤਮ ਨਹੀਂ, ਕਿਉਂਕਿ MSP ਆਂਦਾ APMC ਐਕਟ ਦੇ ਅੰਡਰ। ਜੇ APMC ਐਕਟ ਹੀ ਨਹੀਂ ਖਤਮ ਹੋਇਆ ਤੇ MSP ਕਿੱਥੋਂ ਖਤਮ ਹੋ ਗਈ? ਵਿਚੋਲੀਆ ਵਿੱਚੋਂ ਕੱਢਣਾ ਨਾ ਕੱਢਣਾ ਇਹ ਪਾਵਰ ਕਿਸਾਨ ਨੂੰ ਦੇ ਦਿੱਤੀ ਗਈ। ਓਕੇ, ਇਹ ਉਹਦੀ ਫੈਸਿਲਿਟੇਸ਼ਨ ਬਣਾ ਦਿੱਤੀ ਗਈ। ਜਿੱਥੋਂ ਤੇਰਾ ਮਨ ਹੈ ਤੂੰ ਵੇਚ ਲੈ, ਤੇਰੇ ਭਾਅ ਦੇ ਨਾਲ ਵਿਕੇਗੀ, ਤੂੰ ਮਾਲਕ ਹੈ। ਓਕੇ, ਸਰਕਾਰ ਨੇ ਤਾਂ ਉਹਨੂੰ ਪਾਵਰ ਦਿੱਤੀ ਹੈ। ਜੇ ਉਹਨੂੰ ਲੱਗ ਰਿਹਾ ਕਿ ਆੜ੍ਹਤੀਆਂ ਮੈਨੂੰ ਮੁੱਲ ਨਹੀਂ ਦੇ ਰਿਹਾ, ਤੂੰ ਕਿਤੇ ਵੀ ਜਾ ਸਕਦਾ ਹੈ। ਇਹ ਬਿੱਲ ਹੈ, ਮੈਂ ਤੁਹਾਨੂੰ ਪੰਜਾਬੀ ਸਿੰਪਲ ਲੈਂਗੁਏਜ ਚ ਦੱਸਦਾ। ਕਿਸਾਨ ਦਾ ਕਿਸੇ ਕਿਸਮ ਦਾ ਧੱਕਾ ਨਹੀਂ ਹੋ ਸਕਦਾ, ਕਬਜ਼ੇ ਤਾਂ ਗੱਲ ਹੀ ਬੜੀ ਦੂਰ। ਕਿਸੇ ਲੀਡਰ ਵੱਲੋਂ ਉਹ ਕਿਸੇ ਦੇ ਮੂੰਹੋਂ ਤੁਸੀਂ ਸੁਣਿਆ ਹੋਵੇ ਕਿ MSP ਖਤਮ ਹੋ। ਸਰਕਾਰਾਂ ਮਦਦ ਕਰਦੀਆਂ ਨਹੀਂ, ਸਿਰਫ ਵੋਟ ਕੈਸ਼ ਕਰਨ ਲਈ ਉਹਨਾਂ ਨਾਲ ਧੱਕਾ ਕਰ ਰਹੀਆਂ, ਹੋਰ ਕੁਝ। ਇੱਥੇ ਸਿਆਸਤ ਕੁਝ ਹੋਰ ਕਰ ਰਹੇ ਨੇ, ਉੱਥੇ ਕੰਸੈਂਟ ਦੇ ਰਹੇ ਨੇ। ਵੋਟ ਬੈਂਕ ਦੀ ਪੋਲਿਟਿਕਸ ਜਿਹੜੀ ਹੈ ਕਿਸਾਨਾਂ ਨੂੰ ਉਲਝਾਇਆ ਜਾ ਰਿਹਾ। ਮੈਨੂੰ ਕਿਸਾਨ ਕਿਤੇ ਸੜਕਾਂ ਤੇ ਦਿਖਿਆ ਹੀ ਨਹੀਂ, ਮੈਨੂੰ ਪਾਰਟੀਆਂ ਦੇ ਵਰਕਰ ਹੀ ਦਿਖੇ ਜਿਹੜੇ ਵਿਰੋਧ ਕਰ ਰਹੇ। ਪੰਚਾਇਤ ਕਿਸਾਨੀ ਤੇ ਪੇਂਡੂ ਸੱਭਿਆਚਾਰ ਨੂੰ ਸਮਰਪਿਤ ਪੰਚਾਇਤਨਾਮਾ ਵਿੱਚ ਇੱਕ ਵਾਰ ਤੁਹਾਡਾ ਫਿਰ ਹਾਰਦਿਕ ਸਵਾਗਤ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਤੇ ਅੱਜ ਮੇਰੇ ਨਾਲ ਨੇ ਇੱਕ ਵਿਸ਼ੇਸ਼ ਮਹਿਮਾਨ ਤੁਸੀਂ ਸੁਣਿਆ ਹੋਣਾ, ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਸਰਗਰਮ ਨੇ। ਇੱਕ ਖਾਸ ਮੁੱਦਾ ਆ ਬਾਟ 13, ਮਿਸ਼ਨ ਬਾਟ 13। ਕੀ ਹੈ ਮਿਸ਼ਨ ਬਾਟ 13? ਜੋ ਆਵਾਜ਼ ਪ੍ਰਦੂਸ਼ਣ ਹੈ, ਲਾਊਡ ਸਪੀਕਰ ਚੱਲਦੇ ਨੇ, ਉੱਚੀ ਆਵਾਜ਼ ਚੱਲਦੇ ਨੇ। ਹਾਈ ਕੋਰਟ ਦੇ ਉਹਦੇ ਬਾਰੇ ਆਦੇਸ਼ ਆ ਚੁੱਕੇ ਨੇ, ਪਰ ਜਿਹੜੇ ਪ੍ਰਸ਼ਾਸਨ ਹੈ ਇਹੋ ਜਿਹੇ ਮਾਮਲਿਆਂ ਉੱਤੇ ਇਹਨਾਂ ਨੂੰ ਧਾਰਮਿਕ ਮਾਮਲੇ ਦੱਸ ਕੇ ਡਰਦਾ ਹੋਇਆ ਹੱਥ ਨਹੀਂ ਪਾਉਂਦਾ ਤੇ ਉਸ ਮਿਸ਼ਨ ਨੂੰ ਅੱਗੇ ਵਧਾਉਂਦੇ ਨੇ। ਪ੍ਰੋਫੈਸਰ MP ਸਿੰਘ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਉਹ ਸਟੂਡੈਂਟਸ ਨੂੰ ਪੜ੍ਹਾਉਂਦੇ ਨੇ, ਵੱਖ-ਵੱਖ ਕਾਲਜਾਂ ਨਾਲ ਜੁੜੇ ਹੋਏ ਨੇ। ਤੋ ਇਹ ਜਿਹੜੇ ਨੇ ਸਮਾਜ ਦੇ ਵੱਖ-ਵੱਖ ਜਿਹੜੇ ਵਿਸ਼ੇ ਨੇ ਉਹਨਾਂ ਉੱਤੇ ਗਹਿਰੀ ਨਜ਼ਰ ਰੱਖਦੇ। ਪਿਛਲੇ ਦਿਨਾਂ ਦੀ ਗੱਲ ਦੱਸਦੇ ਹਾਂ ਤੁਹਾਨੂੰ ਕਿ ਅਸੀਂ ਕੁਝ ਦਿਨ ਪਹਿਲਾਂ ਇਹ ਸੋਸ਼ਲ ਮੀਡੀਆ 'ਤੇ ਜਿਵੇਂ ਸਰਗਰਮ ਰਹਿੰਦੇ ਨੇ ਤੇ ਇਹਨਾਂ ਦਾ ਜਿਹੜਾ ਅੱਜ ਪੁਆਇੰਟ ਆਫ ਵਿਊ ਹੈ, ਕਿਸਾਨ ਜਿਹੜੇ ਨੋਟੀਫਿਕੇਸ਼ਨ ਜਿਨ੍ਹਾਂ ਉੱਤੇ ਅਸੀਂ ਪਿਛਲੇ ਦਿਨ ਕੱਲ੍ਹ ਹੀ ਹਾਲੇ ਪ੍ਰਦਰਸ਼ਨ ਦੇਖੇ ਨੇ ਕਿਸਾਨਾਂ ਦੇ, ਉਹਦੇ ਉੱਤੇ ਇਹਨਾਂ ਦਾ ਵੀ ਬਹੁਤ ਸਾਰੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸੀਗੇ ਪੋਸਟ, ਜਿਹਦੇ ਵਿੱਚ ਸਰਕਾਰ ਨੂੰ ਪਾਣੀ ਪੀ ਕੋਸ ਰਹੇ ਸੀ। ਪਰ ਹਾਲ ਹੀ ਵਿੱਚ ਇਹਨਾਂ ਦੀ ਇੱਕ ਨਵੀਂ ਵੀਡੀਓ ਆਉਣ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹਨਾਂ ਦਾ ਜਿਹੜਾ ਸੁਰ ਹੈ ਉਹ ਬਦਲ ਚੁੱਕੀ ਹੈ। ਤੋ ਇਹਨਾਂ ਦੀ ਸੁਰ ਕਿਉਂ ਬਦਲੀ, ਅਸੀਂ ਪ੍ਰੋਫੈਸਰ MP ਸਿੰਘ ਹੋਣਾ ਕੋਲੋਂ ਹੀ ਜਾਣਾਂਗੇ। ਹਾਂਜੀ ਪ੍ਰੋਫੈਸਰ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ। ਅੱਛਾ, ਜਿਵੇਂ ਆਪਾਂ ਗੱਲ ਕੀਤੀ ਹੈ ਜੀ, ਇਹ ਕੀ ਕਾਰਨ ਹੈ ਕਿ ਕੁਝ ਦਿਨ ਪਹਿਲਾਂ ਤੁਸੀਂ ਕਹਿ ਰਹੇ ਸੀਗੇ ਕਿ ਮੋਦੀ ਨੇ ਬਹੁਤ ਗਲਤ ਕੀਤਾ, ਇਸ ਤਰ੍ਹਾਂ ਨਹੀਂ ਅਸੀਂ ਵਿਰੋਧ ਕਰਾਂਗੇ, ਪਰ ਹੁਣ ਤੁਸੀਂ ਯਕਦਮ ਜਿਹੜਾ ਉਹ ਪਾਸਾ ਬਦਲ ਲਿਆ, ਕੀ ਗੱਲ ਹੈ? ਗੁਰਪ੍ਰੀਤ ਜੀ, ਇੱਕ ਨਾ ਇੰਗਲਿਸ਼ ਦਾ ਪ੍ਰੋਵਰਬ ਹੈ ਜਿਹਨੂੰ ਅਸੀਂ ਕਹਿੰਦੇ ਆ ਹਾਫ ਨੌਲੇਜ ਇਜ਼ ਆਲਵੇਜ਼ ਡੇਂਜਰਸ ਜੀ। ਮੈਂ ਬਸ ਉਹੀ ਚੀਜ਼ ਦਾ ਸ਼ਿਕਾਰ ਹੋਇਆ ਕਿ ਮੈਨੂੰ ਇਹ ਜਿਹੜੇ ਕਿਸਾਨੀ ਬਿੱਲ ਨੇ, ਫਾਰਮਰ ਬਿੱਲ 2020 ਜਿਹਦਾ ਇੰਨਾ ਅੱਜ ਹੋ ਰਿਹਾ ਹੈ, ਇਹਦਾ ਆਂਦੇ ਹੀ ਜਦੋਂ ਨਾ ਮੈਂ ਵੀ ਨਹੀਂ ਸੁਣਿਆ, ਕੁਝ ਨਹੀਂ, ਹਾਂ ਸਾਰੇ ਖਿਲਾਫ ਸੀ ਤੇ ਮੈਂ ਵੀ ਖਿਲਾਫ ਹੋ ਗਿਆ। ਤੇ ਇੱਕ ਦਿਨ ਮਨ 'ਚ ਆਇਆ ਕਿ ਯਾਰ ਆਪਾਂ ਨਾ ਥੋੜਾ ਪੜ੍ਹ ਕੇ ਦੇਖੀਏ ਇਹਨਾਂ ਨੂੰ ਕਿ ਵਾਕਈ ਇਹਨਾਂ 'ਚ ਇੰਨਾ ਜ਼ਿਆਦਾ ਕਿਸਾਨਾਂ ਦੇ ਖਿਲਾਫ ਕੁਝ ਹੈਗਾ ਜਿਹੜਾ ਹੋ ਹੱਲਾ ਇੰਨਾ ਜ਼ਿਆਦਾ ਹੋ ਗਿਆ ਹੈ ਜੀ। ਤੇ ਮੈਂ ਇਸ ਨੂੰ ਪਾਰਲੀਮੈਂਟ ਦੀ ਵੈਬਸਾਈਟ ਤੇ ਜਾ ਕੇ ਤੇ ਆਹ ਜਿਹੜਾ ਬਿੱਲ ਤੁਹਾਡੇ ਸਾਹਮਣੇ ਪਿਆ ਵਾ, ਇਹਨੂੰ ਮੈਂ ਡਾਊਨਲੋਡ ਕੀਤਾ ਪਾਰਲੀਮੈਂਟ ਦੀ ਵੈਬਸਾਈਟ ਤੋਂ। ਤੇ ਫਿਰ ਮੈਂ ਇਹ ਤਿੰਨ ਜਿਹੜੇ ਬਿੱਲ ਨੇ, ਫਾਰਮਰ ਫੈਸਿਲਿਟੇਸ਼ਨ ਐਂਡ ਪ੍ਰਮੋਸ਼ਨ ਜਿਹਨੂੰ ਕਹਿੰਦੇ ਆ, ਫਾਰਮਰ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਬਿੱਲ ਤੇ ਅਸੈਂਸ਼ੀਅਲ ਕਮੋਡਿਟੀ ਬਿੱਲ, ਤਿੰਨ ਬਿੱਲ ਨੇ। ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਜਿੰਨਿਆਂ ਨੇ ਅੱਜ ਜਾਂ ਕੱਲ੍ਹ ਧਰਨੇ ਮਾਰੇ ਨੇ ਉਹਨਾਂ ਨੂੰ ਤੁਸੀਂ ਜਾ ਕੇ ਪੁੱਛ ਸਕਦੇ ਹੋ, ਕਿਸੇ ਨੂੰ ਨਾਮ ਹੀ ਨਹੀਂ ਪਤਾ। ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਵੀ ਸੀ, ਇੱਕ ਪੱਤਰਕਾਰ ਵਿਚਾਰੇ ਪੁੱਛ ਰਹੇ ਸੀਗੇ ਕਿ ਤੁਹਾਨੂੰ ਬਿੱਲਾਂ ਬਾਰੇ ਪਤਾ, ਉਹ ਕਹਿੰਦੇ ਸਾਨੂੰ ਨਹੀਂ ਪਤਾ ਜੀ। ਉਹੀ ਗੱਲ ਆ ਜਾਂਦੀ ਜੀ। ਜਿਹੜੀ ਪ੍ਰੋਫੈਸਰ ਤੁਸੀਂ ਗੱਲ ਕਰ ਰਹੇ ਆ, ਇਹਦੇ ਉੱਤੇ ਮੋਹਰ ਮੈਂ ਖੁਦ ਵੀ ਲਗਾਉਣਾ ਜੀ। ਸਾਡੀ ਟੀਮਾਂ 3-4 ਟੀਮਾਂ ਨੇ ਜਿਹੜੀ ਕਵਰੇਜ ਕੀਤੀ ਹੈ, ਜੋ ਮੈਂ ਖੁਦ ਵੀ ਗਿਆ ਸੀ। ਬਹੁਤ ਸਾਰੇ ਲੋਕਾਂ ਨੂੰ ਤੁਸੀਂ ਤੇ ਨਾਂ ਦੱਸਦੇ, ਸਾਡੇ ਵਰਗੇ ਬਹੁਤੇ ਲੋਕਾਂ ਦਾ ਨਾਂ ਵੀ ਨਹੀਂ ਪਤਾ। ਦੂਜੀ ਗੱਲ, ਅਸਲ 'ਚ ਵਿਸ਼ਾ ਕੀ ਹੈ ਜੀ? ਤੋ ਅਸੀਂ ਸਮਝਦੇ ਜਿਹੜੇ ਲੋਕ ਮਨਾਂ ਦੀ ਇੱਕ ਜਗਿਆਸਾ, ਇੱਕ ਆਮ ਲੋਕੀ ਜਿਹੜੇ ਆ ਖੁਦ ਤਾਂ ਨਹੀਂ ਪੜ੍ਹਦੇ। ਸਾਡੀ ਪੰਜਾਬੀ ਦੇ ਇੱਕ ਵੈਸੇ ਵੀ ਅਖਾਣ ਹੈ ਕਿ ਅਸੀਂ ਕਿਤਾਬਾਂ ਪੜ੍ਹ ਕੇ ਤਾਂ ਰਾਜੀ ਹੁੰਦੇ ਨਹੀਂ, ਹੈ ਨਾ। ਅਸੀਂ ਜਿਹੜਾ ਆਮ ਜਿਹੜਾ ਜਨਰਲ ਨੌਲੇਜ ਦੀ ਗੱਲ ਕਰਦੇ ਆਪਾਂ ਉਹ ਲੈਣ ਕੇ ਰਾਜੀ ਨਹੀਂ ਹੁੰਦੇ। ਤੇ ਇਹੀ ਕਾਰਨ ਹੈ ਸ਼ਾਇਦ ਕਿ ਸਾਨੂੰ ਜਿਹੜੇ ਸਾਡੇ ਲੀਡਰ ਨੇ, ਸਿਆਸੀ ਲੀਡਰ ਨੇ, ਉਹ ਸਾਨੂੰ ਕਿਸੇ ਵੀ ਤਰ੍ਹਾਂ ਦੇ ਬਿਆਨ ਦਾ ਕੇ ਸਾਨੂੰ ਉਹ ਇਮੋਸ਼ਨਲ ਕਰਕੇ, ਜਜ਼ਬਾਤੀ ਕਰਕੇ, ਭਾਵਨਾਤਮਕ ਕਰਕੇ ਸਾਡੇ ਆਪਣੇ ਪਿੱਛੇ ਤੋਰ ਲੈਂਦੇ ਆ। ਤੇ ਤੁਹਾਨੂੰ ਕਿਤੇ ਇਸ ਤਰ੍ਹਾਂ ਦਾ ਨਹੀਂ ਮਹਿਸੂਸ ਹੋ ਰਿਹਾ ਕਿ ਇਸ ਵੇਲੇ ਵੀ ਇਹੋ ਕੁਝ ਹੋ ਰਿਹਾ? ਬਹੁਤ ਜ਼ਿਆਦਾ ਕੁਝ ਇੱਦਾਂ
ਇੱਦਾਂ ਦਾ ਜੋ ਕੱਲ੍ਹ ਵਾਪਰਿਆ ਜੀ, ਬਿਲਕੁਲ ਬਹੁਤ ਜ਼ਿਆਦਾ ਇੱਦਾਂ ਦਾ ਹੀ ਵਾਪਰਿਆ। ਮੈਂ ਇਹਨੂੰ ਅਸੀਂ ਨਾ ਪੰਜਾਬੀਆਂ ਦੀ ਮੰਕੀ ਹੈਬਿਟ ਕਹਿ ਦਿੰਦੇ ਇੱਕ, ਕਿ ਆਪਾਂ ਲਾਈ ਲੱਗ ਬਹੁਤ ਜ਼ਿਆਦਾ ਹੁੰਦੇ ਆ। ਅੱਛਾ। ਤੇ ਤੁਸੀਂ ਦੇਖੋ ਨਾ, ਪੰਜਾਬੀ ਇੱਕ ਘਰ 'ਚ ਕੁਝ ਕਰਦਾ ਤੇ ਬਾਕੀ ਸਾਰੇ ਘਰ ਵੀ ਕਹਿੰਦੇ ਅਸੀਂ ਉਹੀ ਕਰਨਾ ਹੈ ਨਾ ਜੀ। ਸਿੰਪਲ ਗੱਲ, ਮੈਂ ਇੱਕ ਐਗਜ਼ਾਮਪਲ ਲੈ ਲਾਂ, ਜੇ ਇੱਕ ਨੇ ਸਵਿਫਟ ਲਈ ਸਾਰੀ ਦੁਨੀਆ ਸਵਿਫਟ ਲੈਣ ਚੱਲ ਜਾਂਦੀ ਹੈ। ਤੇ ਉਸੇ ਤਰ੍ਹਾਂ ਹੀ ਜਿਵੇਂ ਕੁਝ ਲੀਡਰਾਂ ਨੇ ਇਹਨੂੰ ਵਿਰੋਧ ਕਰਕੇ ਸ਼ੋਅ ਕੀਤਾ ਤੇ ਸਾਰਿਆਂ ਨੇ ਇਹਨੂੰ ਨਾ ਪੜ੍ਹਿਆ ਨਾ ਵਿਚਾਰਿਆ, ਕਿਉਂਕਿ ਇੰਨਾ ਸਮਾਂ ਕਿਸੇ ਕੋਲ ਹੈ ਨਹੀਂ ਜੀ ਜਿਹੜਾ ਤੱਥ ਫਰੋਲੇ ਜਾਂ ਕੁਝ ਕਰੇ, ਹੈ ਨਾ। ਚਲੋ ਆਪਾਂ ਇੱਕ ਪੜ੍ਹਾਉਣ ਵਾਲੀ ਲਾਈਨ ਨੂੰ ਬਿਲੋਂਗ ਕਰਦੇ ਆ ਤੇ ਕਿਸੇ ਗੱਲ ਤੇ ਜਲਦੀ ਬਿਲੋਂਗ ਨਹੀਂ ਕਰ ਸਕਦੇ। ਤਾਂ ਮੈਨੂੰ ਫਿਰ ਲੱਗਿਆ ਕਿ ਘੱਟੋ ਘੱਟ ਪੜ੍ਹਨੇ ਚਾਹੀਦੇ ਆ ਕਿ ਕਿਸਾਨਾਂ ਦੇ ਵਾਕਈ ਇਹ ਹੱਕ 'ਚ ਕਿਉਂ ਨਹੀਂ ਗਏ, ਕਿਉਂ ਕਿਸਾਨ ਇੰਨਾ ਦੁਖੀ ਹੈ ਇਹਦੇ ਤੋਂ। ਕਿਸਾਨ ਨਾਲ ਸਾਰਾ ਕੁਝ ਜੁੜਿਆ ਹੋਇਆ ਜੀ, ਹੈ ਨਾ ਜੀ। ਸਾਰੇ ਵਪਾਰ, ਸਾਰੇ ਅਦਾਰੇ, ਹਰ ਚੀਜ਼ ਕਿਸਾਨ ਦੀ ਡਿਵੈਲਪਮੈਂਟ ਨਾਲ ਹੀ ਓਵਰਆਲ ਡਿਵੈਲਪਮੈਂਟ ਚੱਲਦੀ। ਦੇਸ਼ ਦੀ GDP ਵੀ ਕਿਸਾਨੀ 80% ਐਗਰੀਕਲਚਰ ਸੈਕਟਰ ਹੈ ਸਾਡਾ ਇੰਡੀਆ ਦੇ ਵਿੱਚ, ਜਿਹੜਾ ਸਾਰਾ ਉਹਦੇ ਉੱਤੇ ਡਿਪੈਂਡ ਆ। ਤੇ ਫਿਰ ਜਦੋਂ ਮੈਂ ਪੜ੍ਹਿਆ ਤੇ ਮੈਂ ਦਾਅਵੇ ਨਾਲ ਕਹਿ ਸਕਦਾ, ਬਿਨਾਂ ਕਿਸੇ ਪਾਰਟੀ ਦੀ ਸਪੋਰਟ ਕੀਤੇ, ਬਿਨਾਂ ਕਿਸੇ ਪਾਰਟੀ ਦੇ ਖਿਲਾਫ ਗਏ, ਇਹ ਬਿੱਲ ਜਿਹੜੇ ਨੇ ਤਿੰਨੋਂ ਦੇ ਤਿੰਨੋਂ ਕਿਸਾਨਾਂ ਦੇ ਹੱਕ ਦੇ ਬਿੱਲ ਨੇ, ਕਿਤੇ ਵੀ ਅਗੇਂਸਟ ਨਹੀਂ ਹੈਗੇ। ਅੱਛਾ ਜੀ, ਠੀਕ ਹੈ। ਤੁਸੀਂ ਕਹਿੰਦੇ ਅਸੀਂ ਤੁਹਾਡੇ ਕੋਲ ਜਾਣਾਂਗੇ ਕਿ ਇਹਨਾਂ ਬਿੱਲਾਂ ਦੇ ਵਿੱਚ ਕੀ ਹੈ, ਪਰ ਅਸੀਂ ਪਹਿਲੇ ਕੁਝ ਚੀਜ਼ਾਂ ਜਿਹੜੀਆਂ ਤੁਹਾਡੇ ਕੋਲੋਂ ਉਹ ਜਿਹੜੀਆਂ ਜਾਣ ਲੈਣਾ ਚਾਹਾਂਗੇ ਵੀ ਉਹ ਗੱਲ ਜਿਹੜੀ ਆ ਸਾਡੇ ਕਲੀਅਰ ਹੋ ਜਾਏ, ਜੋ ਕੱਲ੍ਹ ਦੇ ਸਾਡੇ ਤਜਰਬੇ ਹੋਏ। ਆਮ ਲੋਕਾਂ ਦਾ ਇੱਕ ਸਵਾਲ ਆਇਆ ਕਿ MSP ਜਿਹੜੀ ਆ ਉਹਨੂੰ ਸਰਕਾਰ ਖਤਮ ਕਰਨ ਜਾ ਰਹੀ ਹੈ। ਬਿਲਕੁਲ ਠੀਕ ਹੈ ਜੀ। ਤੇ ਕੀ ਤੁਹਾਨੂੰ ਲੱਗਦਾ MSP ਬਾਰੇ ਇਹਨਾਂ ਬਿੱਲਾਂ ਦੇ ਵਿੱਚ ਕੋਈ ਜ਼ਿਕਰ ਹੈ? ਨਹੀਂ, ਇਹਦਾ ਜਿਹੜਾ MSP ਜਿਹੜੀ ਜਿਹਦਾ ਬਹੁਤ ਵੱਡਾ ਭੁਲੇਖਾ ਹੈ ਜੀ। ਮੈਂ ਈਵਨ ਮੋਦੀ ਗੌਰਮੈਂਟ ਨੇ ਉਹਨੂੰ ਟਵੀਟ ਕਰਕੇ ਵੀ ਦਿਖਾਇਆ ਕਿ ਅਸੀਂ ਪਿਛਲੇ 7 ਜਿਹੜੀਆਂ ਕੋਮੋਡਿਟੀ ਅਸੀਂ ਉਹਨਾਂ ਦੇ ਆਪਾਂ ਭਾਅ ਵਧਾਏ ਨੇ MSP, ਮਿਨੀਮਮ ਸਪੋਰਟ ਪ੍ਰਾਈਸ ਜਿਹਨੂੰ ਕਹਿੰਦੇ ਆ। ਤੇ ਈਵਨ ਤੋਮਰ ਨੇ ਜਦੋਂ ਆਪਣੀ ਜਸਟੀਫਿਕੇਸ਼ਨ ਦਿੱਤੀ ਕਿ ਇਹ ਬਹੁਤ ਵੱਡਾ ਭਰਮ ਫੈਲਾਇਆ ਜਾ ਰਿਹਾ ਹੈ ਕਿ MSP ਖਤਮ ਹੈ, MSP ਇਹ 'ਚ ਖਤਮ ਨਹੀਂ, ਕਿਉਂਕਿ MSP ਆਉਂਦਾ APMC ਐਕਟ ਦੇ ਅੰਡਰ। ਜੇ APMC ਐਕਟ ਹੀ ਨਹੀਂ ਖਤਮ ਹੋਇਆ ਤੇ MSP ਕਿੱਥੋਂ ਖਤਮ ਹੋ ਗਈ? ਹਾਂ, ਇੱਕ ਘਾਟਾ ਸਾਡੀ FCI ਨੂੰ ਪੈ ਰਿਹਾ ਸੀਗਾ, ਕਿਉਂਕਿ ਦੇਖੋ ਜੀ ਗੱਲ ਫਿਰ ਉੱਥੇ ਆਉਂਦੀ ਹੈ ਪ੍ਰਾਈਵੇਟ ਤੰਤਰ ਤੇ ਸਰਕਾਰੀ ਤੰਤਰ ਦੀ, ਜਿੱਥੋਂ ਮੇਨ ਇਹਦੀ ਸ਼ੁਰੂਆਤ ਸਮਝੀ ਗਈ। ਤੁਸੀਂ ਚੈੱਕ ਕਰੋ 2006 ਦੇ ਵਿੱਚ ਬਿਹਾਰ ਦੇ ਵਿੱਚ ਇਹ ਬਿੱਲ ਲਾਗੂ ਕੀਤਾ ਗਿਆ ਸੀਗਾ ਆਲਮੋਸਟ, ਤੇ 5 ਸਟੇਟਾਂ 'ਚ ਆਲਮੋਸਟ ਇਹ ਬਿੱਲ ਚੱਲ ਰਿਹਾ ਤੇ ਕਾਮਯਾਬੀ ਨਾਲ ਚੱਲ ਰਿਹਾ ਸੀ। ਉਹਦਾ ਕਾਰਨ ਕੀ ਹੈ ਜੀ? ਸਾਡੇ ਇੱਥੇ ਤੁਸੀਂ ਕਦੀ ਵੀ ਨਿਕਲੋ ਬਾਹਰ ਸ਼ਹਿਰਾਂ ਦੇ ਵਿੱਚ, ਇੱਧਰਲੇ ਪਾਸੇ ਚਲੇ ਜਾਓ ਤੁਸੀਂ ਹੁਸ਼ਿਆਰਪੁਰ ਰੋਡ, ਤੁਹਾਨੂੰ ਕਈ ਗੋਦਾਮ ਮਿਲਣਗੇ FCI ਦੇ। ਦੇਖੋ ਜੀ, ਉਹਨਾਂ ਨੂੰ ਮੇਨਟੇਨ ਕਰਨਾ, ਉਹਦੀ ਰੱਖ ਰਖਾਵ ਕਰਨਾ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਸੀ ਸਰਕਾਰਾਂ ਨੂੰ। ਸਰਕਾਰ ਨੇ ਕੁਛ ਇੱਦਾਂ ਸੋਚਿਆ ਕਿ ਕਿਸਾਨ ਆਪਣੀ ਫਸਲ ਆਪ ਹੀ ਵੇਚਣਾ ਸ਼ੁਰੂ ਕਰ ਦੇਵੇ, ਸਾਨੂੰ ਰੱਖ ਰਖਾਵ ਕਰਨ ਦੀ ਕੋਈ ਲੋੜ ਨਹੀਂ। ਕਈ ਇੱਦਾਂ ਦੀਆਂ ਲਿਮਿਟੇਸ਼ਨ ਸੀਗੀਆਂ ਉਹ ਸਟਰਕਚਰ ਦੇ ਵਿੱਚ, ਜਿਹਨੂੰ ਇਹਨਾਂ ਨੇ ਤੋੜਿਆ ਤੇ ਕਿਸਾਨ ਦੇ ਭਲੇ ਲਈ ਆ। ਕਿਸਾਨ ਅੱਗੇ ਕਿਸਾਨ ਨੂੰ ਇਹ ਸੌਖਾ ਲੱਗਦਾ ਹੈ ਸਰਕਾਰ ਮੇਰੇ ਕੋਲ ਚੱਕ ਲਵੇ, ਆਪਣੇ ਆਪ ਵੇਚੇ। ਹੁਣ ਥੋੜਾ ਜਿਹਾ ਕਿਤੇ ਨਾ ਕਿਤੇ ਕਿਸਾਨ ਨੂੰ ਆਪ ਥੋੜਾ ਜਿਹਾ ਕਰਨਾ ਪਏਗਾ, ਪਰ ਕਿਸਾਨ ਨੂੰ ਉਹਦਾ ਪੈਸਾ ਬਹੁਤ ਮਿਲੇਗਾ, ਜਿਹੜਾ ਵਿਚੋਲੀਆ ਵਿੱਚੋਂ ਖਤਮ ਹੋ ਗਿਆ। ਪਰ APMC ਐਕਟ ਉੱਦਾਂ ਦਾ ਉੱਦਾਂ ਹੀ ਹੈ। ਸਰਕਾਰ ਨੇ ਕੋਈ ਵਿਚੋਲੀਏ ਵੀ ਨਹੀਂ ਖਤਮ ਕੀਤੇ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ। ਉਹ ਵੀ ਉੱਦਾਂ ਦੇ ਉੱਦਾਂ ਹੀ, ਕਮਿਸ਼ਨ ਏਜੰਟ ਵੀ ਉੱਦਾਂ ਦੇ ਹੀ। ਇੱਕ ਛੋਟਾ ਕਿਸਾਨ ਜਿਹਦੇ ਕੋਲ ਤੁਸੀਂ ਕਹਿ ਸਕਦੇ ਹੋ ਕਿ ਆਪਣਾ ਮਾਲ ਚੱਕ ਕੇ ਮੰਡੀ 'ਚ ਲੈ ਕੇ ਆਉਣ ਜੋਗੇ ਪੈਸੇ ਵੀ ਨਹੀਂ ਹੁੰਦੇ ਸੀ, ਹੁਣ ਉਹ ਕਿਸਾਨ ਆਪਣੇ ਉੱਥੇ ਹੀ, ਉਹਦੇ ਕੋਲ ਕਿਸੇ ਖੇਤਾਂ 'ਚ ਕੋਈ ਵੀ ਵਪਾਰੀ ਆ ਕੇ ਆਪਣੀ ਖਰੀਦ ਲੈ ਸਕਦਾ, ਉੱਥੇ ਹੀ ਉਹਦਾ ਵੇਚ ਸਕਦਾ। ਅੱਗੇ ਚੀਜ਼ਾਂ ਨਹੀਂ ਸੀ, ਉਹਨੂੰ ਮਾਰਕੀਟ 'ਚ ਹੀ ਲੈ ਕੇ ਆਉਣਾ ਪੈਂਦਾ। ਤੁਹਾਨੂੰ ਲੱਗਦਾ ਕਿ ਜਿਹੜੇ ਨਾਲ ਵੀ ਉਹ ਐਗਰੀਮੈਂਟ ਕਿਸੇ ਨਾਲ ਵੀ ਕਰ ਸਕਦਾ ਉਹ, ਤੇ ਉਹ ਫਸਲ ਬੀਜੇਗਾ, ਉਹਦਾ ਜਿਹੜਾ ਭਾਅ ਆ ਨਿਸ਼ਚਿਤ ਹੋਏਗਾ, ਉਹਨੂੰ ਉਹ ਭਾਅ ਦੇ ਕੇ ਉੱਥੋਂ ਹੀ ਉਹਦੇ ਫਸਲ ਚੁੱਕ ਲੈ ਜਾ ਕੇ ਮੰਡੀ ਜਾਣ ਦੀ ਲੋੜ ਨਹੀਂ। ਇੱਕ ਸਿੰਪਲ ਐਗਜ਼ਾਮਪਲ ਦਿੰਦਾ, ਇੱਕ ਟਮਾਟਰ ਦੀ ਚਟਨੀ ਬਣਾਉਣ ਵਾਲੀ ਕੰਪਨੀ ਹੈ ਨਾ ਜੀ। ਅੱਗੇ ਕੀ ਹੁੰਦਾ ਸੀ, ਉਹ ਟਮਾਟਰ ਲੈ ਕੇ ਆਉਂਦਾ ਸੀਗਾ ਆੜ੍ਹਤੀਏ, ਠੀਕ ਹੈ ਜੀ। ਆੜ੍ਹਤੀਆ ਉਹਨੂੰ ਘੱਟ ਪੈਸੇ ਤੇ ਜੋ ਵੀ ਉਹਨਾਂ ਸੈਟਿੰਗ ਹੁੰਦੀ ਸੀ ਪਹਿਲਾਂ ਪ੍ਰੀ ਸੈਟਿੰਗ ਕਰਕੇ, ਤੇ ਉਹਨੂੰ ਪੈਸੇ ਦੇ ਦਿੰਦਾ ਸੀਗਾ ਕਿ ਇੰਨੇ ਤੇ ਆਪਾਂ ਇੰਨੇ ਰੁਪਏ ਕਿਲੋ ਦੇ ਹਿਸਾਬ ਨਾਲ ਤੁਸੀਂ ਸਾਨੂੰ ਟਮਾਟਰ ਦੇਣੇ ਨੇ। ਉਹ ਕੰਪਨੀ ਨੂੰ ਅੱਗੇ ਆਪਣੇ ਹਿਸਾਬ ਨਾਲ ਵੇਚਦੇ ਸੀ। ਕਿਸਾਨ ਨੂੰ ਇਹ ਪਾਵਰ ਮਿਲ ਗਈ ਹੈ, ਉਹ ਟਮਾਟਰ ਚੱਕ ਕੇ ਸਿੱਧਾ ਕੰਪਨੀ ਕੋਲ ਜਾ ਸਕਦਾ। ਕੋਈ ਮਿਸਾਲ ਦੇ ਸਕਦੇ ਹਾਂ, ਬੇਸ਼ੱਕ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ, ਕੋਈ ਮਿਸਾਲ ਦੇ ਸਕਦੇ ਹਾਂ ਕਿ ਕਿਹੜੀ ਚੀਜ਼ ਕਿਸਾਨ ਕੋਲੋਂ ਕਿਸ ਭਾਅ ਆਉਂਦੀ ਹੈ ਤੇ ਅੱਗੇ ਕੰਪਨੀ ਕੋਲ ਕਿਸ ਭਾਅ ਜਾਂਦੀ ਹੈ? ਮੈਂ ਦੱਸ ਦਿੰਦਾ ਜੀ, ਮੇਰਾ ਪਿਆਰ ਹੈ ਕਈਆਂ ਨਾਲ ਤੇ ਆਪਣੇ ਘਰੇਲੂ ਵੀ ਕੁਝ ਤਜਰਬੇ ਨੇ ਇਹਦੇ ਉੱਤੇ। ਜਿਵੇਂ ਮੰਨ ਲਓ 3 ਰੁਪਏ ਦੀ ਗੋਭੀ ਆਉਂਦੀ ਹੈ, ਮੈਂ ਸਿੰਪਲ ਇੱਕ ਐਗਜ਼ਾਮਪਲ ਦਿੰਦਾ। ਜੋ ਗਲੀ ਦੇ ਵਿੱਚ ਹਾਕਰ ਲੈ ਕੇ ਆਉਂਦਾ ਉਹ ਗੋਭੀ ਨੂੰ, ਅਸੀਂ ਕਿੰਨੇ ਦੀ ਖਰੀਦਦੇ ਹਾਂ? ਅਸੀਂ 60-70 ਰੁਪਏ ਦੀ ਗੋਭੀ ਖਰੀਦ ਰਹੇ ਹਾਂ। ਠੀਕ ਹੈ ਜੀ। ਮੈਂ ਇਹ 'ਚ ਦੱਸਣਾ ਚਾਹਾਂਗਾ ਆਮ ਜਨਤਾ ਨੂੰ ਕਿੱਦਾਂ ਫਾਇਦਾ ਇਹਦਾ। ਜਦੋਂ ਕਿਸਾਨ 5 ਰੁਪਏ ਦੀ ਉਗਾਈ ਗੋਭੀ ਜਿਹੜੀ 60-70 ਰੁਪਏ 'ਚ ਵਿਕ ਰਹੀ ਅੱਜ ਕੱਲ੍ਹ, ਹੈ ਨਾ ਜੀ, ਜਦੋਂ ਕਿਸਾਨ ਉਹਨੂੰ ਵੇਚੇਗਾ 5 ਰੁਪਏ ਜਿੰਨੀ ਉਹਨੂੰ ਕਾਸਟ ਪਈ ਹੈ, ਉਹ ਵੱਧ ਤੋਂ ਵੱਧ 20 ਜਾਂ 30 ਰੁਪਏ ਦੀ ਵੇਚ ਦੇਗਾ। ਆਮ ਜਨਤਾ ਨੂੰ ਵੀ ਫਾਇਦਾ, ਕਿਸਾਨ ਨੂੰ ਵੀ ਫਾਇਦਾ। ਦੇਖੋ, ਵਿਚੋਲੀਆ ਵਿੱਚੋਂ ਕੱਢਣਾ ਨਾ ਕੱਢਣਾ ਇਹ ਪਾਵਰ ਕਿਸਾਨ ਨੂੰ ਦੇ ਦਿੱਤੀ ਗਈ। ਇਹ ਉਹਦੀ ਫੈਸਿਲਿਟੇਸ਼ਨ ਬਣਾ ਦਿੱਤੀ ਗਈ ਕਿ ਭਾਈ ਤੂੰ ਮੰਡੀ 'ਚ ਲਾਇਆ ਖਰੀਦ, ਤੂੰ ਆਪ ਸੌਦਾ ਕਰ ਲੈ, ਤੂੰ ਆਪਣੇ ਕੋਲਡ ਸਟੋਰ ਤੋਂ ਵੇਚ ਲੈ, ਜਿੱਥੋਂ ਤੇਰਾ ਮਨ ਹੈ ਤੂੰ ਵੇਚ ਲੈ, ਤੇਰੇ ਭਾਅ ਦੇ ਨਾਲ ਵਿਕੇਗੀ, ਤੂੰ ਮਾਲਕ ਹੈ।
ਓਕੇ, ਸਰਕਾਰ ਨੇ ਤਾਂ ਉਹਨੂੰ ਪਾਵਰ ਦਿੱਤੀ ਹੈ। ਅਸੀਂ ਪ੍ਰੋਫੈਸਰ ਸਾਹਿਬ ਹੁਣ ਤੱਕ ਸੁਣਦੇ ਆ ਰਹੇ ਕਿਸਾਨਾਂ ਨਾਲ ਜਦੋਂ ਗੱਲ ਹੁੰਦੀ ਆ, ਜੀ। ਕਿਸਾਨ ਕਹਿੰਦਾ ਮੈਂ ਆੜ੍ਹਤੀਏ ਤੋਂ ਬਹੁਤ ਦੁਖੀ ਹਾਂ। ਜੀ। ਆੜ੍ਹਤੀਆ ਜਿਹੜਾ ਮੈਂ ਉਹਦੇ ਕੋਲ ਵੇਲੇ ਮੇਰਾ ਸਾਰ ਜ਼ਰੂਰ ਦਿੰਦਾ, ਜੀ। ਪਰ ਉਹ ਮੇਰੀ ਮੁੜ ਕੇ ਫਸਲ ਹੀ ਖੇਤਾਂ ਚੁੱਕ ਕੇ ਲੈ ਜਾਂਦਾ ਔਰ ਆਪਣੇ ਲੱਗੇ ਭਾਅ ਨਾਲ ਚੁੱਕ ਕੇ ਲੈ ਜਾਂਦਾ। ਮੈਂ ਦੱਸ ਤੇ ਹੁਣ ਜਦੋਂ ਆ ਗੱਲ ਜਿਹੜੀ ਆ ਰਹੀ ਹੈ, ਜੀ। ਇਹ ਗੱਲ ਇਹ ਆ ਰਹੀ ਹੈ ਇਹਦੇ 'ਚ, ਕਿਉਂਕਿ ਜਿਹੜੇ ਹੁਣ ਪ੍ਰਦਰਸ਼ਨ ਵੀ ਹੋਏ ਕੱਲ੍ਹ, ਉਹਦੇ 'ਚ ਅਸੀਂ ਬਹੁਤ ਸਾਰੇ ਥਾਵਾਂ ਤੇ ਦੇਖਿਆ ਕਿ ਜਿੱਥੇ ਕਿਸਾਨ ਆਗੂ ਸੀ, ਨਾਲ ਹੀ ਬਹੁਤ ਸਾਰੇ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਜਿਹੜੇ ਉੱਥੇ ਇਹ ਸੀਗੇ ਆੜ੍ਹਤੀ ਲੋਕ, ਉਹ ਵੀ ਜਿਹੜੀ ਆ ਧਰਨਿਆਂ ਦੀ ਅਗਵਾਈ ਕਰ ਰਹੇ, ਸਮਝ ਲਓ ਇੱਕ ਤਰੀਕੇ ਨਾਲ ਮੈਨੇਜਮੈਂਟ ਕਰ ਰਹੇ ਸੀਗੇ। ਦੇਖੋ ਜੀ, ਆੜ੍ਹਤੀਏ ਨੂੰ ਤਾਂ ਇਹ ਚੀਜ਼ ਚੁਭਣੀ ਹੈ। ਇਹ ਤੁਸੀਂ ਐਂਟੀ ਕਮਿਸ਼ਨ ਏਜੰਟ ਬਿੱਲ ਕਹਿ ਸਕਦੇ ਹੋ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਫਾਰਮਰ ਐਂਟੀ ਹੈਗਾ, ਕਿਉਂਕਿ ਦੇਖੋ ਕਿਸਾਨ ਨੂੰ ਕਿੱਦਾਂ ਚੁਭਦਾ ਜੀ। ਹੁਣ 3 ਰੁਪਏ ਜਿਹੜੀ ਕਾਸਟ ਉਹ ਗੋਭੀ ਕਿਲੋ ਦੀ ਵੇਚ ਕੇ ਆਇਆ, ਉਹਦੇ ਸਾਹਮਣੇ ਉਹ ਖੜ ਕੇ ਹੀ ਉੱਥੇ ਉਹੀ ਜਿਹੜਾ ਆੜ੍ਹਤੀਆ ਹੁੰਦਾ ਉਹ 20-25 ਰੁਪਏ ਕਿਲੋ ਵੇਚ ਦਿੰਦਾ। ਉਹ ਕਿੱਦਾਂ ਨੇ, ਜੋ ਉਹਨੂੰ ਫੀਲ ਹੋਏਗਾ ਮੈਂ 3 ਰੁਪਏ ਦੀ ਉਗਾਈ ਤੇ ਉਹ 20 ਦੀ ਵੇਚ ਗਿਆ। ਇਹ ਕੁਝ ਚੀਜ਼ਾਂ ਨੇ ਆੜ੍ਹਤੀਆ ਨੇ ਕੀਤਾ ਵੀ, ਕਿ ਕੋਈ ਲੇਬਰ ਨਹੀਂ ਕੀਤੀ, ਕੁਝ ਨਹੀਂ ਕੀਤਾ। ਹਾਂ, ਪ੍ਰੀ ਪੇਮੈਂਟ ਉਹਨੂੰ ਕੀਤੀ, ਉੱਥੋਂ ਆਪਣਾ ਮਾਲ ਕਿਸਾਨ ਨਾਲ ਬੁੱਕ ਕੀਤਾ, ਚੱਕ ਕੇ ਮੰਡੀ 'ਚ ਲੈ ਜਾਂਦਾ ਤੇ ਉਹਨੇ ਅੱਗੇ ਕਸਟਮਰ ਬਾਇਰ ਜਿਹੜੇ ਬਣਾਏ ਹੋਏ ਨੇ ਉਹ ਵਿੱਚ ਇੱਕ ਵਿਚੋਲੀ ਵਾਲਾ ਕੰਮ ਕੀਤਾ ਜੀ। ਮਿਹਨਤ ਸਾਰੀ ਕਿਸਾਨ ਦੀ ਆ ਤੇ ਫਾਇਦਾ ਵੱਧ ਤੋਂ ਵੱਧ ਕਿਤੇ ਨਾ ਕਿਤੇ ਆੜ੍ਹਤੀਏ ਨੂੰ ਵੀ ਹੋ ਰਿਹਾ। ਅਸੀਂ ਆੜ੍ਹਤੀਆਂ ਦੇ ਖਿਲਾਫ ਵੀ ਨਹੀਂ ਹੈਗੇ, ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਾਂਗਾ। ਇਹ ਕਿਸਾਨ ਦੀ ਪਾਵਰ ਹੈ, ਠੀਕ ਹੈ, ਮਤਲਬ ਹਰ ਇੱਕ ਨੂੰ ਰਾਈਟ ਹੈ ਕੰਮ ਕਿੱਦਾਂ ਕਰਨਾ, ਕਿ ਜੇ ਉਹ ਆਪ ਵੇਚਣ ਦੀ ਸਮਰੱਥਾ ਰੱਖਦਾ ਤੇ ਆਪ ਜਿੱਥੇ ਮਰਜ਼ੀ ਵੇਚੇ। ਬਿਲਕੁਲ ਠੀਕ। ਨਹੀਂ ਰੱਖਦਾ ਸਮਰੱਥਾ ਤੇ ਉਹ ਭਾਵੇਂ ਆੜ੍ਹਤੀ ਕੋ ਜਾ ਕੇ ਆੜ੍ਹਤੀਏ ਉਹਨੂੰ ਉਹਦੇ ਅਕੋਰਡਿੰਗ ਉਹਨੂੰ ਮੁੱਲ ਦੇ ਰਿਹਾ, ਉਹ ਆੜ੍ਹਤੀ ਕੋ ਜਾਵੇ। ਠੀਕ ਹੈ। ਜੇ ਉਹਨੂੰ ਲੱਗ ਰਿਹਾ ਕਿ ਆੜ੍ਹਤੀਆਂ ਮੈਨੂੰ ਮੁੱਲ ਨਹੀਂ ਦੇ ਰਿਹਾ ਤਾਂ ਕਿਤੇ ਵੀ ਜਾ ਸਕਦਾ ਹੈ। ਇਹ ਬਿੱਲ ਹੈ, ਸਿੱਧੀ ਗੱਲ। ਉਹਦੀ ਪਾਵਰ ਹੈ ਕਿੱਥੇ ਆਪਣੀ ਪ੍ਰੋਡਿਊਸ ਵੇਚਣੀ, ਉਹਨੇ ਆਪਣੀ ਮਿਹਨਤ ਕਿੱਥੇ ਵੇਚਣੀ ਹੈ, ਉਹਦੀ ਪਾਵਰ ਹੈ। ਇਹ ਪਾਵਰ ਦੇ ਦਿੱਤੀ ਗਈ। ਠੀਕ ਹੈ। ਇੱਕ ਹੋਰ ਜ਼ਿਆਦਾ ਜਿਹੜੀ ਚਰਚਾ ਆਉਂਦੀ ਹੈ, ਜਿਹਨਾਂ ਤੋਂ ਆਪਾਂ ਗੱਲ ਕੀਤੀ ਜਾਂਦੀ ਹੈ, ਤੇ ਕਿਸਾਨਾਂ ਨੂੰ ਇਹ ਦੱਸਿਆ ਗਿਆ ਕਿ ਜਦੋਂ ਹੁਣ ਜਿਹੜਾ ਆਮ ਠੇਕਾ ਲੈਂਦਾ, ਉਹ ਆਪਣੇ ਪਿੰਡ ਵਿੱਚ ਕਿਸੇ ਨਾ ਕਿਸੇ ਨੂੰ ਠੇਕਾ ਦਿੰਦਾ ਜ਼ਮੀਨ ਦਾ, ਛੋਟੀ ਜ਼ਮੀਨ ਨਾਲ, ਤੇ ਉਹ ਕਹਿੰਦਾ ਵੀ ਜਦੋਂ ਇਹ ਠੇਕਾ ਕਿਸੇ ਕੰਪਨੀ ਨੇ ਲੈ ਲਿਆ ਅਗਰ, ਬਿਲਡਿੰਗ ਬਣਾ ਲਈ, ਉਹ ਤੇ ਕਬਜ਼ਾ ਕਰ ਲਏਗਾ। ਅੱਛਾ ਜੀ। ਤੇ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਜੇ ਕਬਜ਼ਾ ਲੋਕਲ ਨਹੀਂ ਬੰਦਾ ਕਰਦਾ, ਉਹ ਕਿਵੇਂ ਕਰੇਗੀ? ਇਹ ਭਰਮ ਬਹੁਤ ਤਕੜਾ ਪਾਇਆ ਜਾ ਰਿਹਾ ਹੈ। ਕੰਪਨੀ ਕਬਜ਼ਾ ਕਰ ਲੇਗੀ, ਇਹਦੇ ਲਈ 3 ਸਟੈਪ ਬਣਾਏ ਗਏ ਨੇ ਜੀ। ਅੱਛਾ ਜੀ। ਕਿਸਾਨ ਨਾਲ ਇੱਕ ਪ੍ਰੀ ਐਗਰੀਮੈਂਟ ਹੋਏਗਾ। ਅੱਛਾ। ਕਿਸਾਨ ਜਿਹੜੀ ਕੰਪਨੀ ਨੂੰ ਵੇਚਣਾ ਚਾਹੁੰਦਾ ਹੈ, ਉਹ ਮੰਨ ਲਓ 2020 ਦੇ ਵਿੱਚ ਕੋਈ ਫਸਲ ਆਪਣੀ ਵੇਚਦਾ, ਮੰਨ ਲਓ 30 ਰੁਪਏ ਦੇ ਭਾਅ ਤੇ ਵੇਚਦਾ, ਤੇ ਉਹ ਮੰਨ ਲਓ ਉਹ 2 ਜਾਂ 3 ਸਾਲ ਦਾ ਐਗਰੀਮੈਂਟ ਕਰਦਾ, ਉਸੇ ਫਸਲ ਦਾ ਭਾਅ 2022 ਦੇ ਵਿੱਚ 60 ਰੁਪਏ ਹੋ ਜਾਂਦਾ। ਇਹ ਕਲੌਜ਼ ਵੀ ਲਿਖਿਆ ਜਾਊਗਾ ਕਿ ਉਹ 60 ਰੁਪਏ ਦੇ ਹਿਸਾਬ ਨਾਲ ਵੀ ਦੇ ਸਕਦਾ। ਇਹ ਕਲੌਜ਼ ਵਿੱਚ ਹੈ। ਜੇ ਕਿਤੇ ਉਹਦਾ ਕੋਈ ਝਗੜਾ ਹੁੰਦਾ ਹੈ ਤਾਂ ਕੌਂਸੀਲੇਸ਼ਨ ਬੋਰਡ ਬਣਾਇਆ, SDM ਨੂੰ ਪਾਵਰ ਦਿੱਤੀ ਗਈ ਹੈ, ਤੇ ਅਪੀਲੇਟ ਅਥਾਰਟੀ ਜਿਹਨੂੰ ਅਸੀਂ ਆਪਣੀਆਂ ਹਾਈ ਕੋਰਟਸ ਜਾਂ ਕੋਰਟਸ ਕਹਿੰਦੇ ਆ, ਉਹਦੇ ਕੋਲ ਪਾਵਰ ਹੈ ਉੱਥੇ ਜਾਣ ਦੀ, ਤੇ ਕਿਸਾਨ ਪੱਖੀ ਹੀ ਫੈਸਲਾ ਹੋਣ ਦੇ ਚਾਂਸ ਉਹਦੇ ਵਿੱਚ ਜ਼ਿਆਦਾ ਹੋਣਗੇ। ਅੱਛਾ ਜੀ। ਇੱਥੇ ਵੀ ਤਾਕਤ ਕਿਸਾਨ ਨੂੰ ਹੀ ਦਿੱਤੀ ਗਈ ਹੈ। ਅੱਛਾ। ਕਿਸਾਨ ਦਾ ਕਿਸੇ ਕਿਸਮ ਦਾ ਧੱਕਾ ਨਹੀਂ ਹੋ ਸਕਦਾ, ਕਬਜ਼ੇ ਤਾਂ ਗੱਲ ਹੀ ਬੜੀ ਦੂਰ ਦੀ। ਪਰ ਸਾਡੀ ਤਾਂ ਬਹੁਤ ਸਾਰੀ ਅਕਾਲੀ ਲੀਡਰਾਂ ਨਾਲ ਤੇ ਹੋਰ ਪਾਰਟੀਆਂ ਦੇ ਲੀਡਰਾਂ ਨਾਲ ਗੱਲ ਹੋਈ ਆ ਧਰਨਿਆਂ ਦੌਰਾਨ, ਤੇ ਉਹ ਤਾਂ ਕਹਿ ਰਹੇ ਸੀਗੇ ਜੀ ਵੀ ਕੋਈ ਤਾਕਤ ਨਹੀਂ ਰਹੀ ਜੀ, ਉਹ ਕਿਤੇ ਅਪੀਲ ਵੀ ਨਹੀਂ ਕਰ ਸਕਦਾ, ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਕੀਤੀ। ਮੈਂ ਕਿਹਾ ਤੁਸੀਂ ਆਹ ਬਿੱਲ ਦੇ ਵਿੱਚ ਦੇਖੋ ਜੀ, ਮੈਂ ਤਾਂ ਇਹ ਗੱਲਾਂ ਬਣਾਈਆਂ ਨਹੀਂ, ਜੋ ਅਕਾਲੀਆਂ ਨੇ ਆਪਣੀ ਸਹਿਮਤੀ ਦਿੱਤੀ ਸੀ ਉੱਥੇ ਕੋਰਟ ਦੇ ਵਿੱਚ, ਤੇ ਆਹ ਵਿੱਚ ਲਿਖੇ ਹੋਏ 3 ਪੁਆਇੰਟ, ਕੌਂਸੀਲੇਸ਼ਨ ਬੋਰਡ, SDM ਪਲੱਸ ਅਪੀਲੇਟ ਅਥਾਰਟੀ। ਅੱਛਾ। ਤਿੰਨੋਂ ਪੁਆਇੰਟ ਇੱਥੇ ਤੁਸੀਂ ਪੜ੍ਹ ਸਕਦੇ ਹੋ। ਪ੍ਰੈਜ਼ਾਈਡਡ ਬਾਈ ਕਲੈਕਟਰ ਆਫ ਦੀ ਸਟੇਟ, ਇਹ ਸਾਰਾ ਉਹਨਾਂ ਕੋਲ ਜਾ ਸਕਦਾ। ਜੋ ਆਪਾਂ ਹੁਣ ਥੋੜੇ ਜਿਹੇ ਸਮੇਂ 'ਚ ਆਪਾਂ ਤਰਤੀਬ ਵਾਈਜ਼ ਗੱਲ ਕਰੀਏ ਜੀ, ਇਹ ਕਿੰਨੇ ਐਕਟ ਨੇ ਜੀ ਜਿਹੜੇ ਇਹਦੇ ਨੋਟੀਫਿਕੇਸ਼ਨ ਹੈ? 3 ਕਿ 2 ਕੀ? 3 ਐਕਟ ਹੈ ਜੀ। ਮੈਂ ਤਿੰਨਾਂ ਦੇ ਫਿਰ ਦੁਬਾਰਾ ਨਾਮ ਤੁਹਾਨੂੰ ਦੱਸਦਾ। ਸਭ ਤੋਂ ਪਹਿਲਾਂ ਫਾਰਮਰ ਬਿੱਲ ਫੈਸਿਲੀਟੇਸ਼ਨ ਐਂਡ ਪ੍ਰਮੋਸ਼ਨ। ਇਹ ਕੀ ਹੈ ਸਾਨੂੰ ਪੰਜਾਬੀ 'ਚ? ਇਹ ਮੈਂ ਤੁਹਾਨੂੰ ਪੰਜਾਬੀ ਸਿੰਪਲ ਲੈਂਗੁਏਜ 'ਚ ਦੱਸਦਾ ਕਿ ਫਾਰਮਰ ਆਪ ਆਪਣੀ ਚੀਜ਼ ਉਗਾ ਕੇ ਉਹਦਾ ਪ੍ਰਚਾਰ ਕਰ ਸਕਦਾ, ਆਪਣੀ ਫੈਸਿਲਿਟੀ ਦੇ ਨਾਲ ਉਹਨੂੰ ਕਿਤੇ ਵੀ ਵੇਚ ਸਕਦਾ। ਠੀਕ ਹੈ ਜੀ। ਮਤਲਬ ਜਿਹੜੀ ਉਹ ਖੁੱਲ੍ਹ ਦੇ ਆਪਾਂ ਕਹਿੰਦੇ ਉਹਦੀ ਮੰਡੀ ਖੁੱਲੀ ਹੈ, ਜਾਂ ਕਿਸੇ ਨਾਲ ਵੀ ਸੌਦਾ ਕਰੇ, ਕਿਸੇ ਨਾਲ ਵੇਚੇ, ਪੂਰਾ ਹਿੰਦੁਸਤਾਨ ਆੜ੍ਹਤੀ ਕੋਲ ਜਾਣ ਦੀ ਲੋੜ ਨਹੀਂ, ਉਹਨੂੰ ਸੰਬੰਧਿਤ ਮੰਡੀ 'ਚ ਜਿੱਥੇ ਉਹਦਾ ਮਨ ਹੈ। ਜੇ ਉਹ ਆੜ੍ਹਤੀ ਕੋਲ ਵੀ ਜਾਣਾ ਚਾਹੁੰਦਾ, ਉਹਦਾ ਵੀ ਰਾਈਟ ਉਹਦਾ ਹੈਗਾ ਉਹਦਾ ਰਾਈਟ, ਕੋਈ ਨਹੀਂ ਖਤਮ ਹੋਇਆ ਨਾ, ਆੜ੍ਹਤੀਆਂ ਦਾ ਖਤਮ ਹੋਇਆ। ਓਕੇ। ਜੇ ਉਹਨਾਂ ਦੇ, ਮੈਂ ਕਹਿ ਸਕਦਾ, ਜੇ ਉਹਨਾਂ ਦੇ ਬਹੁਤ ਵਧੀਆ ਰਿਲੇਸ਼ਨ ਕਿਸਾਨ ਨਾਲ ਹੋਣਗੇ ਤਾਂ ਉਹ ਆੜ੍ਹਤੀ ਕੋਲ ਹੀ ਜਾਣਗੇ। ਠੀਕ ਹੈ ਕਿ ਨਹੀਂ? ਬਾਕੀ ਪਾਵਰ ਜਿਹੜੀ ਫਾਰਮਰ ਦੀ ਹੈ, ਕਿੱਥੇ ਜਾਣਾ, ਮਤਲਬ ਮਰਜ਼ੀ ਉਹਦੀ ਆਜ਼ਾਦੀ ਦੇਤੀ ਉਹਨੂੰ। ਬਿਲਕੁਲ, ਉਹਨੂੰ ਆਜ਼ਾਦੀ ਦਿੱਤੀ। ਠੀਕ ਹੈ। ਠੀਕ ਹੈ। ਤੇ ਅਗਲਾ ਹੋਰ ਦੂਜਾ ਬਿੱਲ ਕਿਹੜਾ ਜੀ? ਅਗਲਾ ਜਿਹੜਾ ਹੈਗਾ ਜੀ ਪ੍ਰਾਈਸਿੰਗ ਐਂਡ ਐਮਪਾਵਰਮੈਂਟ। ਮਤਲਬ ਕਿਸਾਨ ਨੂੰ ਤਾਕਤ ਦਿੱਤੀ ਕਿ ਆਪਣੇ ਪ੍ਰੋਡਿਊਸ ਜਿਹੜੀ ਉਹਦੀ ਖਪਤ ਹੋਈ ਹੈ, ਕਿੰਨਾ ਪੈਸਾ ਪੈਸਟੀਸਾਈਡ ਲੱਗਾ, ਕੀ ਉਹਨੇ ਖਾਦਾਂ ਪਾਈਆਂ, ਕੀ ਉਹਦੇ ਹਿਸਾਬ ਦੇ ਨਾਲ ਉਹਦੀ ਕੀ ਪਰ ਸਕੁਏਅਰ ਹੈਕਟਰ ਉਹਦੀ ਪ੍ਰੋਡਿਊਸ ਆਂਦੀ ਪਈ ਹੈ, ਰੇਟ ਜੋ ਵੀ ਕੋਸਟਿੰਗ ਕੱਢੇਗਾ ਉਹ ਆਪਣੇ ਮੁਤਾਬਿਕ ਲੈ ਸਕਦਾ। ਅੱਛਾ। MSP ਵੀ ਰਹੂਗੀ। ਇਹ ਇੱਥੇ ਭੁਲੇਖਾ ਪੈ ਰਿਹਾ ਲੋਕਾਂ ਨੂੰ ਕਿ MSP ਖਤਮ ਹੋ ਗਈ ਹੈ, ਕਿਸਾਨ ਆਪਣੇ ਰੇਟ ਤੇ ਦਊਗਾ, ਗਵਰਨਮੈਂਟ ਦੀ ਉੱਕੋ ਚੱਕੂਗੀ। MSP ਵੀ ਰਹੂਗੀ, ਗਵਰਨਮੈਂਟ ਵੀ ਉਹਨੂੰ ਹੈਲਪ ਕਰ ਰਹੀ ਹੈ ਕਿ ਸਾਡਾ ਮਿਨੀਮਮ ਸਪੋਰਟ ਪ੍ਰਾਈਸ ਇੰਨਾ, ਜੇ ਤੈਨੂੰ ਭਾਅ ਖਾਂਦਾ ਸਾਨੂੰ ਵੇਚ ਦੇ, ਜੇ ਮਹਿੰਗੀ ਵਿਕਦੇ ਹੋਰ ਤਾਂ ਕਿਤੇ ਹੋਰ ਵੇਚ ਲੈ।
ਇਹ ਸਿਸਟਮ ਹੈ ਜੀ ਸਾਰਾ। ਓਕੇ ਐਕਚੁਅਲੀ ਕੀ ਹੈ ਜੀ, ਇਹੀ ਇੱਕ ਟਰਨਿੰਗ ਪੁਆਇੰਟ ਹੈ ਜਦੋਂ ਕਿ ਪ੍ਰਚਾਰ ਇਹ ਕੀਤਾ ਜਾ ਰਿਹਾ। ਸਾਨੂੰ ਵੀ ਇਸ ਤਰ੍ਹਾਂ ਇਹੀ ਗੱਲ ਹੁਣ ਤੱਕ ਸਮਝ ਆਉਂਦੀ ਸੀ ਪਰ ਸ਼ਾਇਦ ਉਹਨਾਂ ਕਹਿਤਾ ਕਿ MSP ਜਿਹੜਾ ਉਹਦਾ ਵਿਵਸਥਾ ਬੰਦ ਕਰ ਦੇਣੀ ਆ। ਗੁਰਪ੍ਰੀਤ ਜੀ ਬੜੀ ਵਧੀਆ ਗੱਲ ਦਾ ਖੁਲਾਸਾ ਕਰਾਂਗਾ। ਮੈਨੂੰ ਤੁਸੀਂ ਕਿਸੇ ਲੀਡਰ ਵੱਲੋਂ ਜਿਹੜੇ ਧਰਨੇ ਮਾਰ ਰਹੇ ਨੇ, ਜਿਹੜੇ ਮੇਨ ਲੀਡਰ ਨੇ, ਮੁੱਖ ਲੀਡਰ ਨੇ ਪਾਰਟੀਆਂ ਦੇ, ਉਹ ਕਿਸੇ ਦੇ ਮੂੰਹੋਂ ਤੁਸੀਂ ਸੁਣਿਆ ਹੋਵੇ ਕਿ MSP ਖਤਮ ਹੋ ਗਈ? ਦੱਸ ਦਿਓ ਮੈਨੂੰ। ਤੁਸੀਂ ਕਿਸੇ ਮੀਡੀਆ ਦੇ ਪ੍ਰਚਾਰ ਤੇ, ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ, ਕਿਤੇ ਮੈਨੂੰ ਦੱਸ ਦਿਓ। ਮੈਂ ਵੀ ਦੇਖੋ ਇੰਨੇ ਦਿਨਾਂ ਦੇਖ ਰਿਹਾ, ਵਾਚ ਕਰ ਰਿਹਾ ਸਾਰਿਆਂ ਨੂੰ, ਸਾਰੀਆਂ ਇੰਟਰਵਿਊ ਸੁਣ ਰਿਹਾ, ਕਿਸੇ ਨੇ ਵੀ ਨਹੀਂ ਕਿਹਾ, ਕਿਉਂਕਿ ਸਭ ਨੂੰ ਅੰਦਰ ਪਤਾ MSP ਤਾਂ ਖਤਮ ਨਹੀਂ ਹੋਈ। ਕਿਉਂਕਿ ਤੇ ਥੱਲੇ ਪ੍ਰਚਾਰ ਕਿਵੇਂ ਚਲਾ ਗਿਆ? ਥੱਲੇ ਪ੍ਰਚਾਰ ਇਹ ਹੋਰ ਕਈ ਫੈਕਟਰ ਜਿਹੜੀਆਂ ਐਂਟੀ ਵੇਵਸ ਕ੍ਰੀਏਟ ਕੀਤੀਆਂ ਜਾ ਰਹੀਆਂ, ਦੈਟ ਮੇ ਬੀ ਟੂਵਰਡ ਸੈਂਟਰ ਗਵਰਨਮੈਂਟ, ਹੈ ਨਾ, ਉਹਨਾਂ ਦੇ ਹੋਰ ਕਿਸੇ ਐਕਟ ਦੇ ਖਿਲਾਫ ਹੋ ਸਕਦੀ ਹੈ, ਪਰ ਪ੍ਰੈਜ਼ੈਂਟ ਇੱਦਾਂ ਕੀਤਾ ਜਾ ਰਿਹਾ ਕਿਸਾਨਾਂ ਨੂੰ ਕਿ ਸਰਕਾਰ ਹੀ ਤੁਹਾਡੇ ਐਂਟੀ ਹੈ। ਮੈਂ ਸਰਕਾਰ ਦਾ ਪੱਖ ਵੀ ਨਹੀਂ ਪੂਰਨ ਡਿਆ, ਫਿਰ ਮੈਂ ਕਹਿੰਦਾ ਮੈਂ ਸਰਕਾਰ ਦਾ ਪੱਖ ਨਹੀਂ ਪੂਰਦਾ। ਮੈਂ ਕਹਿੰਦਾ ਤੁਸੀਂ ਆਪਣੇ ਹਲਕੇ ਦੇ ਕਿਸੇ ਸਰਕਾਰੀ ਮਾਸਟਰ ਨੂੰ ਚੱਕੋ, ਕਿਸੇ ਟੀਚਰ ਨੂੰ ਚੱਕੋ, ਉਹਦੇ ਕੋਲ ਬਿੱਲ ਪੜ੍ਹਾ ਕੇ ਉਹਨੂੰ ਦੱਸੋ ਕਿ ਸਾਨੂੰ ਸਮਝਾ। ਕਿਸੇ ਲੀਡਰ ਕੋ ਨਾ ਸਮਝੋ, ਪਰ ਲੀਡਰ ਭਰਮ ਭੁਲੇਖੇ ਪਾ ਰਹੇ ਨੇ। ਨੋ ਡਾਊਟ ਆਪਾਂ ਆਪਣੇ ਸੋਸ਼ਲ ਇਸ਼ੂ ਦੇ ਵਿੱਚ ਕਿਸੇ ਲੀਡਰ ਨਾਲ ਜੁੜੇ ਹੀ ਹੁੰਦੇ ਆ, ਅਸੀਂ ਉਹਦਾ ਮੂੰਹ ਲਿਆਜਾ ਰੱਖਦੇ ਹੀ ਆ। ਇਹ ਮੂੰਹ ਲਿਆਜਿਆਂ ਕਰਕੇ ਅੱਜ ਇੱਕ ਕੱਲ ਜਿਹੜਾ ਪ੍ਰੋਟੈਸਟ ਹੋਇਆ, ਮੈਂ ਤਾਂ ਉਹਨੂੰ ਮੰਦਭਾਗਾ ਪ੍ਰੋਟੈਸਟ ਕਹਾਂਗਾ। ਕਾਰਨ ਇੱਕ ਪਾਸੇ ਕਰੋਨਾ ਹੈ, ਅਸੀਂ ਇਕੱਠ ਨਹੀਂ ਕਰਨਾ, ਦੂਜੇ ਪਾਸੇ ਅਸੀਂ ਇਕੱਠੇ ਹੋ ਕੇ, ਈਵਨ ਮੈਂ ਤਾਂ ਕੱਲ ਦੇਖਿਆ ਕਿ ਕਈ ਜਗ੍ਹਾ ਯੂਥ ਤਲਵਾਰਾਂ ਲੈ ਕੇ ਵੀ ਜਾ ਰਿਹਾ ਸੀ। ਇਹ ਕਿੱਦਾਂ ਦਾ ਪ੍ਰੋਟੈਸਟ? ਚਾਰ ਬੈਠੇ ਸੀ ਮੋਟਰਸਾਈਕਲ, ਚਾਰ ਪੰਜ ਹੁੱਲੜਬਾਜ਼ੀ ਹੋ ਰਹੀ ਸੀ ਜੀ। ਮੈਂ ਕੋਈ ਇਹਨੂੰ ਵਧੀਆ ਚੀਜ਼ ਨਹੀਂ ਮੰਨਾਂਗਾ। ਇਹ ਕਿਸਾਨਾਂ ਦੇ ਹੱਕ 'ਚ ਇਦਾਂ ਦਾ ਕੋਈ ਪ੍ਰੋਟੈਸਟ ਨਹੀਂ। ਕਿਸਾਨ ਵੀ ਪ੍ਰੋਫੈਸਰ ਸਾਹਿਬ, ਆਪਾਂ ਸਿਆਸਤ ਦੀ ਗੱਲ ਕਰਦੇ ਹਾਂ, ਹਰ ਕੋਈ ਬੰਦਾ ਠੀਕ ਹੈ ਕਿਸੇ ਨਾ ਕਿਸੇ ਪਾਰਟੀ ਪ੍ਰਤੀ ਜਾਂ ਕਿਸੇ ਨੀਤੀਆਂ ਕਾਰਨ ਕਿਸੇ ਪਾਰਟੀ ਦੇ ਹੱਕ 'ਚ ਹੋ ਜਾਂਦਾ, ਪਰ ਕਿਤੇ ਇਹ ਜਿਹੜਾ ਵਿਰੋਧ ਹੈ ਇਹਦੇ 'ਚ ਇਹ ਕਾਰਨ ਤਾਂ ਨਹੀਂ ਵੀ ਜਿਸ ਵੇਲੇ, ਕਿਉਂਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਜਿਹੜਾ ਅਸੀਂ ਪੜ੍ਹ ਰਹੇ ਸੀ ਤੇ ਉਹਦੇ ਵਿੱਚ ਵੀ ਇਹ ਖੁੱਲ੍ਹ ਦੇਣ ਦਾ, ਇਸ ਤਰ੍ਹਾਂ ਦੇ ਪ੍ਰਬੰਧ ਕਰਨ ਦਾ ਜ਼ਿਕਰ ਸੀ। ਮੈਂ ਤੁਹਾਨੂੰ ਇਸ ਤੁਹਾਡੀ ਗੱਲ ਉੱਤੇ ਮੋਹਰ ਲਾਉਣ ਲੱਗਾ ਜੀ। ਇਹ ਜਦੋਂ UPA ਗਵਰਨਮੈਂਟ ਸੀ ਤੇ ਫਾਰਮਰ ਬਿੱਲ ਨੂੰ ਜਦੋਂ ਅੱਜ ਦਿਖਾ ਰਹੇ ਵੀਡੀਓ, ਸੁਸ਼ਮਾ ਸਵਰਾਜ ਬਹਿਸ ਰਹੀ ਹੈ, ਤੇ ਬਿੱਲ ਕੌਣ ਲੈ ਕੇ ਆ ਰਿਹਾ? ਕਾਂਗਰਸ। ਕਿਸ ਗੱਲ ਤੇ ਬਹਿਸ ਰਹੀ ਹੈ? ਮੈਂ ਦੂਜੇ ਪਾਸੇ ਆ ਜਾਓ, ਬਿੱਲ ਕਾਂਗਰਸ ਲੈ ਕੇ ਆਉਣ ਨੂੰ ਫਿਰਦੀ ਸੀ। ਕਾਂਗਰਸ ਉਦੋਂ ਪੂਰੇ ਉਹਦੇ ਵਿੱਚ ਨਹੀਂ ਸੀ, ਗੱਠਜੋੜ ਚ ਬਹੁਮਤ ਚ ਨਹੀਂ ਸੀ, ਇਸ ਲਈ ਉਹ ਨਹੀਂ ਲਿਆ ਸਕੀ। ਓਕੇ ਲਿਆ ਕਾਂਗਰਸ ਰਹੀ ਸੀ ਸਭ ਤੋਂ ਪਹਿਲਾਂ ਤਾਂ ਇਹਨੂੰ। ਨਹੀਂ, ਪਰ ਉਹਦਾ ਜਿਵੇਂ ਉਸ ਵੇਲੇ BJP ਦੇ ਜਿਹੜੇ ਲੀਡਰ ਸੀ ਉਹਦਾ ਵਿਰੋਧ ਕਰ ਰਹੇ ਸੀ। ਮੈਂ ਕਿਹਾ ਜੀ ਸ਼ਰਦ ਪਵਾਰ ਇਹ ਸਭ ਉਦੋਂ ਐਂਟੀ ਹੋ ਗਏ ਸੀ ਇਸ ਬਿੱਲ ਦੇ। ਤੁਸੀਂ ਇਤਿਹਾਸ ਕੱਢ ਕੇ ਦੇਖੋ, UPA ਗਵਰਨਮੈਂਟ ਹੀ ਇਹਨੂੰ ਫਾਰਮ ਕਰਨ ਵਾਲੀ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ 2006 ਵਿੱਚ ਮੌਂਟੇਕ ਸਿੰਘ ਵਾਲੀ ਜਿਹੜੀ ਆਪਣੀ ਪਲੈਨਿੰਗ ਕਮਿਸ਼ਨ ਬਣਾਈ ਸੀ, ਇਹ ਉਹਦੀ ਦੇਣ ਹੀ ਆ। ਉਹਨਾਂ ਨੇ ਸਟੱਡੀ ਕੀਤਾ ਹੋਇਆ ਕਿ ਸਾਡੇ ਜਿਹੜੇ ਪ੍ਰੈਜ਼ੈਂਟ ਸਟਰਕਚਰ ਨੇ ਇਹ ਕਿਤੇ ਨਾ ਕਿਤੇ ਸਾਨੂੰ ਧੋਖਾ ਦੇ ਰਹੇ ਨੇ, ਆਪਾਂ ਥੋੜਾ ਜਿਹਾ ਇਹਦੇ ਵਿੱਚ ਪ੍ਰਾਈਵੇਟਾਈਜੇਸ਼ਨ ਕਰੀਏ ਤਾਂ ਕਿ ਕਿਸਾਨ ਨੂੰ ਫਾਇਦਾ ਹੋਵੇ। ਇਹ ਚੀਜ਼ ਆ ਜੀ। ਤੇ ਮੈਨੂੰ ਲੱਗਦਾ ਉਸ ਵਿਰੋਧ ਕਰਕੇ ਹੀ ਅੱਜ ਵਿਰੋਧ ਕਾਂਗਰਸ ਕਰ ਰਹੀ ਹੈ ਕਿ ਉਹਨਾਂ ਨੇ ਸਾਡਾ ਨਹੀਂ ਉਦੋਂ ਨਹੀਂ ਕੰਮ ਹੋ ਰਿਹਾ ਤੇ ਹੁਣ ਇਹਨਾਂ ਦਾ ਨਾਂ ਕਿਉਂ ਲੱਗੇ? ਦੇਖੋ ਜੀ, ਮੈਂ ਇੱਕੋ ਗੱਲ ਕਹੂੰਗਾ, ਕ੍ਰੈਡਿਟ ਦੀ ਵਾਰ ਚੱਲ ਗਈ ਹੈ ਕਿ ਅਸੀਂ ਕਿਸਾਨ ਹਤੈਸ਼ੀ ਹਾਂ, ਪਰ ਮੈਂ ਇੱਕ ਗੱਲ ਕਹਿ ਦਿਆਂ, ਜੇ ਇੰਨੇ ਕਿਸਾਨ ਹਤੈਸ਼ੀ ਸਾਡਾ ਪੰਜਾਬ ਹੋ ਜਾਵੇ ਤੇ ਸਾਡੇ ਕਿਸਾਨਾਂ ਨੂੰ ਇੰਨੀਆਂ ਖੁਦਕੁਸ਼ੀਆਂ ਨਾ ਕਰਨੀਆਂ ਪੈਣ। ਅੱਜ ਸਾਡਾ ਕਿਸਾਨ ਹੀ ਹੈ ਜਿਹੜਾ ਸਭ ਤੋਂ ਜ਼ਿਆਦਾ ਫਾਂਸੀ ਤੇ ਲਟਕ ਰਿਹਾ। ਹਰ ਸਾਲ ਪੰਜਾਬ ਦੇ ਵਿੱਚ 20 ਤੋਂ 30 ਹਜ਼ਾਰ ਕਿਸਾਨ ਖੁਦਕੁਸ਼ੀ ਕਰ ਰਿਹਾ। ਜੇ ਸਾਡਾ ਪੰਜਾਬ ਇੰਨਾ ਸਹਿਯੋਗੀ ਹੈ ਉਹਨਾਂ ਦਾ, ਤੇ ਫਿਰ ਤਾਂ ਉਹਨਾਂ ਨੂੰ ਇਦਾਂ ਕਰਨਾ ਹੀ ਨਹੀਂ ਚਾਹੀਦਾ। ਇਹ ਤਾਂ ਮਦਦ ਕਰਨ ਉਲਟਾ ਉਹਨਾਂ ਦੀ ਸਰਕਾਰਾਂ ਮਦਦ ਕਰਦੀਆਂ ਨਹੀਂ, ਸਿਰਫ ਵੋਟ ਕੈਸ਼ ਕਰਨ ਲਈ ਉਹਨਾਂ ਨਾਲ ਧੱਕਾ ਕਰ ਰਹੀਆਂ, ਹੋਰ ਕੁਝ ਨਹੀਂ। ਅੱਛਾ, ਜਿਹੜੀ ਇਹ ਪ੍ਰਦਰਸ਼ਨ ਹੋਏ ਕੱਲ, ਇਹਨਾਂ ਵਿੱਚ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਉਹ ਰੋਲ ਤਾਂ ਚਲੋ ਉਹ ਕਈ ਚਰਚਾ ਉਹਦੇ ਬਾਰੇ, ਪਰ ਇੱਕ ਚਰਚਾ ਇਹ ਵੀ ਸੁਣੀ ਹੈ ਕਿ ਜਿਹੜਾ ਨੋਟੀਫਿਕੇਸ਼ਨ ਜਿਹੜੇ ਤਿਆਰ ਹੋਇਆ, ਜਿਹੜਾ ਐਕਟ ਬਣਿਆ, ਇਹ ਪਾਸ ਹੋਇਆ, ਇਹਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ ਜਿਹੜੇ ਸਟੇਟਾਂ ਨੇ ਉਹਨਾਂ ਦੇ ਵੀ ਕੁਛ ਨਾ ਕੁਛ ਜਿਹੜੇ ਲੋਕ ਸ਼ਾਮਲ ਸੀਗੇ, ਤੇ ਉਹਦੇ ਬਾਰੇ ਕੀ ਜਾਣਕਾਰੀ ਹੈ? ਮੈਂ ਦੱਸਦਾ ਜੀ, ਇਹ ਜਿਹੜਾ ਮਸੌਦਾ ਹੈ ਇਹ ਤਾਂ ਹੈ ਨਹੀਂ ਕਿ ਰਾਤੋਂ ਰਾਤ ਇਹਨਾਂ ਨੇ 3 ਮਹੀਨੇ ਸਤੰਬਰ 'ਚ ਛਾਪਿਆ ਤੇ ਕੱਢਤਾ। ਇਹਦੀ ਇੱਕ ਸਟੈਂਡਿੰਗ ਕਮੇਟੀ 2018 ਤੋਂ ਬਣੀ ਹੋਈ ਹੈ। ਹਰ ਸਟੇਟ ਦਾ ਐਗਰੀਕਲਚਰ ਮਿਨਿਸਟਰ ਇਹਦਾ ਮੈਂਬਰ। ਮੈਂ ਤੁਹਾਨੂੰ ਕਹਿ ਦਿੰਦਾ, ਪੰਜਾਬ ਦਾ ਵੀ। ਪੰਜਾਬ ਸਟੇਟ ਦਾ ਐਗਰੀਕਲਚਰ ਮਿਨਿਸਟਰ, ਫਾਈਨਾਂਸ ਮਿਨਿਸਟਰ ਇਹਦੇ ਮੈਂਬਰ ਨੇ। 2019 ਜੂਨ ਦੇ ਵਿੱਚ ਸਟੈਂਡਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ, ਜਿਹਦੇ ਤੋਂ ਸਾਡੇ ਮਨਪ੍ਰੀਤ ਬਾਦਲ ਜੀ ਜਾਂਦੇ ਨੇ, ਤੇ ਉੱਥੇ ਜਾ ਕੇ ਇਹਦਾ ਕੰਸੈਂਟ ਦੇ ਕੇ ਆਉਂਦੇ ਨੇ। ਠੀਕ ਹੈ ਜੀ। ਇੱਥੇ ਆ ਕੇ ਕਹਿੰਦੇ ਨੇ ਸਾਨੂੰ ਮੰਡੀਆਂ 'ਚ ਘਾਟੇ ਪੈ ਜਾਣੇ, ਸਾਨੂੰ ਉਹ ਹੋ ਜਾਣਾ। ਉੱਥੇ ਕੰਸੈਂਟ ਦੇ ਕੇ ਆ ਰਹੇ ਨੇ। ਮੈਂ ਤਾਂ ਆਪ ਹੈਰਾਨ। ਇੱਥੇ ਸਿਆਸਤ ਕੁਝ ਹੋਰ ਕਰ ਰਹੇ ਨੇ, ਉੱਥੇ ਕੰਸੈਂਟ ਦੇ ਰਹੇ ਨੇ, ਕਿਉਂਕਿ ਉੱਥੇ ਇਹਨਾਂ ਨੂੰ ਦਿਖ ਰਿਹਾ ਕਿਸਾਨਾਂ ਪੱਖੀ ਹੱਕ ਦਾ ਬਿੱਲ ਹੈ। 7 ਸਟੇਟਾਂ ਜਿਹੜੇ ਮੈਂਬਰ ਨੇ ਮੁੱਖ ਮੰਤਰੀ ਇਸ ਬਿੱਲ ਦੇ। ਸਪੈਸ਼ਲ ਆ ਦੇਖੋ, ਬਿੱਲ ਦੇ ਵਿੱਚ ਮੈਂਸ਼ਨ ਆ। ਬਿੱਲ ਦੇ ਵਿੱਚ ਮੈਂਸ਼ਨ ਆ ਕਿ 2019 ਜੂਨ ਨੂੰ, ਦੱਸ ਦਿਓ ਥੋੜਾ ਜੀ। ਆ 2000 ਮੈਂ ਤੁਹਾਨੂੰ 2019 ਜੂਨ ਨੂੰ ਆ ਦੇਖੋ, July. Chief Minister was set up in July 2019 to discuss among these things. ਆ ਲਾਈਨ ਮੈਂ ਅੰਡਰਲਾਈਨ ਕੀਤੀ ਹੈ ਜੀ। A high powered committee of 7 chief minister
ਜਿਸ 'ਚੋਂ ਸਾਡੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੀ ਸ਼ਾਮਲ ਨੇ। 7 ਮੁੱਖ ਮੰਤਰੀ ਕੰਸੈਂਟ ਦੇ ਕੇ ਆਏ ਨੇ। ਤੇ ਅੱਜ ਜਿਹੜਾ ਕੱਲ ਹੋਇਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕਾਂਗਰਸ ਕਿਉਂ ਇਹਨੂੰ ਹੱਲਾਸ਼ੇਰੀ ਨਾਲ ਇਦਾਂ ਕਰ ਰਹੀ ਹੈ, ਕੀ ਚਾਹੁੰਦੀ ਹੈ? ਨਹੀਂ, ਕਾਂਗਰਸ ਦੀ ਆਪਾਂ ਗੱਲ ਛੱਡੀਏ ਜੀ, ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਉਹਦੀਆਂ ਨੀਤੀਆਂ ਨੂੰ ਪ੍ਰਚਾਰ ਰਿਹਾ ਸੀ। ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਜਿਹੜੇ ਪਾਣੀ ਪੀ ਕੇ ਸਾਹ ਵੀ ਨਹੀਂ ਲੈਂਦੇ ਸੀਗੇ ਕਿ ਇੰਨਾ ਇਹਦੀ ਤਾਰੀਫ ਕਰ ਰਹੇ ਸੀ। ਤੇ ਪਰ ਜਿਸ ਵੇਲੇ ਪਾਸ ਹੋ ਗਿਆ ਤੁਰੰਤ ਉਹ ਜਿਹੜੇ ਆ ਉਹ ਬੈਕਫੁੱਟ ਤੇ ਆ ਜਾਂਦੇ ਔਰ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਨਾਲ ਆ। ਇਸ ਤਰ੍ਹਾਂ ਬਣ ਗਿਆ ਮਾਹੌਲ ਜਿਵੇਂ ਕਿ ਇੱਕ ਪਾਸੇ ਮੋਦੀ ਖੜਾ ਤੇ ਦੂਜੇ ਪਾਸੇ ਕਿਸਾਨ ਖੜੇ ਆ। ਗੁਰਪ੍ਰੀਤ ਜੀ, ਇਹਨੂੰ ਹੀ ਤਾਂ ਵੋਟ ਬੈਂਕ ਪੋਲਿਟਿਕਸ ਕਹਿੰਦੇ ਨੇ। ਅੱਛਾ। ਕਿਉਂਕਿ ਸਾਡਾ 80% ਪੰਜਾਬ ਦਾ ਏਰੀਆ ਕਿਸਾਨੀ ਏਰੀਆ, ਸਭ ਨੂੰ ਵੋਟ ਪਿਆਰੀ ਹੈ। ਤੁਸੀਂ ਭਾਸ਼ਣ 'ਚ ਸੁਣਿਆ ਹੋਏਗਾ, ਬਾਦਲ ਸਾਹਿਬ ਕਹਿ ਰਹੇ ਸੀਗੇ ਤੁਸੀਂ ਮੈਨੂੰ ਸਰਕਾਰ ਬਣਾ ਦਿਓ, ਮੈਂ ਪਹਿਲੇ ਦਿਨ ਕੈਂਸਲ ਕਰ ਦਿਆਂਗਾ। ਤੇ ਇਹੀ ਬਾਦਲ ਸਾਹਿਬ ਨੇ ਜਦੋਂ ਅੰਬਾਨੀਆਂ ਨੂੰ ਮਿਲ ਕੇ ਆਏ ਸੀਗੇ, ਅੱਜ ਅਸੀਂ ਕਹਿ ਰਹੇ ਹਾਂ ਇਹ ਅੰਬਾਨੀਆਂ ਨੂੰ ਅਸੀਂ ਸੋਪਨ ਨਹੀਂ ਦੇਵਾਂਗੇ, ਉਹ ਨਹੀਂ ਕਰਨ ਦੇਵਾਂਗੇ। ਦੇਖੋ ਗੱਲ ਇੱਥੇ ਹੀ ਹੈ, ਜਦੋਂ ਸਰਕਾਰਾਂ ਚਲਾਉਂਦੀਆਂ ਉਦੋਂ ਅੰਬਾਨੀ ਵਰਗੇ ਬੰਦੇ ਹੀ ਲੱਭਦੇ ਨੇ, ਫਿਰ ਉਦੋਂ ਆਮ ਬੰਦੇ ਨੂੰ ਤਾਂ ਪੁੱਛਦਾ ਹੀ ਨਹੀਂ ਹੈ। ਜੇ ਆਮ ਬੰਦੇ ਨੂੰ ਪੁੱਛਣ ਤੇ ਮੇਰੇ ਹਿਸਾਬ ਨਾਲ ਅੰਬਾਨੀਆਂ ਦੀ ਲੋੜ ਹੀ ਨਾ ਪਵੇ, ਹੈ ਕਿ ਨਹੀਂ? ਫਿਰ ਤੁਸੀਂ ਆਪਣੇ ਤਰੀਕੇ ਨਾਲ ਸਭ ਕੁਝ ਕਰਾਓ। ਮੈਂ ਨਹੀਂ ਸੋਚਦਾ ਕਿ ਕੁਛ ਇਹਦੇ ਵਿੱਚ ਕਿਸਾਨਾਂ ਦੇ ਖਿਲਾਫ ਹੋ ਰਿਹਾ, ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ। ਬੰਦ ਤੋਂ 18.5 ਘੰਟੇ ਪਹਿਲਾਂ ਹਰਸਿਮਰਤ ਕੌਰ ਜੀ ਰਿਜ਼ਾਈਨ ਦੇ ਰਹੇ ਨੇ। ਉਸ ਤੋਂ ਪਹਿਲਾਂ ਰੈਗੂਲਰਲੀ ਪਿਛਲੇ ਕਈ ਮਹੀਨਿਆਂ ਤੋਂ ਇਸ ਬਿੱਲ ਦੇ ਹੱਕ 'ਚ ਪ੍ਰਚਾਰ ਕਰ ਰਹੇ ਨੇ। ਸੁਖਬੀਰ ਬਾਦਲ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਇਹਦੇ ਹੱਕ ਵਿੱਚ, ਬਾਦਲ ਸਾਹਿਬ ਤੋਂ ਬੁਲਾਇਆ ਗਿਆ ਕਿ ਕਾਂਗਰਸ ਭੜਕਾ ਰਹੀ ਹੈ, ਕਾਂਗਰਸ ਇਹ ਕਰ ਰਹੀ। ਅੱਜ ਸਡਨਲੀ ਯੂ ਟਰਨ, ਜਿਹਨੂੰ ਆਪਾਂ ਬਾਰ-ਬਾਰ ਕਹਿ ਰਹੇ ਹਾਂ, ਅਕਾਲੀ ਦਲ ਦਾ ਨਾਮ ਹੀ ਯੂ ਟਰਨ ਪੈ ਗਿਆ ਕਿ ਯੂ ਟਰਨ ਕਿਉਂ ਲੈਣਾ ਪੈ ਗਿਆ ਇਹਨਾਂ ਨੂੰ? ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਬਹੁਮਤ ਵਿੱਚ ਕਿਸਾਨ ਜਿਹੜੇ ਸੀ, ਇਹਨਾਂ ਨੂੰ ਲੱਗ ਰਿਹਾ ਸੀ ਇਸ ਬਿੱਲ ਦੇ ਖਿਲਾਫ ਹੋ ਗਏ ਨੇ ਤੇ ਅਸੀਂ ਆਪਣਾ ਵੋਟ ਬੈਂਕ ਕਿਤੇ ਪੰਥ ਪਹਿਲਾਂ ਹੀ ਜਾ ਚੁੱਕਾ, ਹੁਣ ਕਿਸਾਨੀ ਨਾ ਜਾਵੇ, ਉਹਦੇ ਕਰਕੇ। ਅੱਛਾ, ਜਿਹੜਾ ਹੁਣ ਤੁਸੀਂ ਗੱਲ ਕੀਤੀ ਕਿ ਬਹੁਮਤ ਵਿੱਚ ਲੱਗ ਰਿਹਾ ਸੀ ਕਿ ਕਿਸਾਨ ਵਿਰੋਧ ਕਰ ਰਿਹਾ, ਜੀ ਹੁਣ ਪੰਜਾਬ 'ਚ ਲੱਗ ਰਿਹਾ, ਉਹਦੇ ਤੁਹਾਨੂੰ ਗਰਾਊਂਡ ਰਿਐਲਿਟੀ ਕੀ ਲੱਗ ਰਹੀ ਹੈ? ਕਿਉਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ? ਮੈਂ ਦੇਖੋ ਜੀ, ਮੈਂ ਦੱਸਦਾ 77 ਸੀਟਾਂ ਤੇ ਕਾਂਗਰਸ ਪਾਰਟੀ ਹੈ ਜਿਹੜੀ ਵਿਰੋਧ ਕਰ ਰਹੀ ਹੈ ਨਾ ਜੀ। ਉਹਦੇ ਨਾਲ 22 ਸੀਟਾਂ ਤੇ ਲਾ ਲਓ ਤੁਸੀਂ, ਆਮ ਆਦਮੀ ਪਾਰਟੀ ਵੀ ਆ ਗਈ, ਠੀਕ ਹੈ ਜੀ। 77 ਪਲੱਸ 22 ਕਰ ਲਓ, ਪਲੱਸ 14 ਸੀਟਾਂ ਜਿਹੜੀਆਂ ਆਪਣੀਆਂ ਆ ਗਈਆਂ ਅਕਾਲੀ ਦਲ ਦੀਆਂ, ਉਹ ਵੀ ਜੁੜ ਗਈਆਂ, ਜਿਹਦੇ ਨਾਲ ਲੱਗਦਾ ਕਿ ਸਾਨੂੰ ਸਾਰਾ ਪੰਜਾਬ ਹੀ ਵਿਰੋਧ ਕਰ ਰਿਹਾ। ਓਕੇ, ਜਿਹਦੇ ਕਰਕੇ ਸਾਨੂੰ ਲੱਗਾ ਕਿ ਬਹੁਮਤ ਵਿੱਚ ਕਿਸਾਨ ਵਿਰੋਧ ਕਰ ਰਿਹਾ। ਪਰ ਮੈਂ ਇੱਕ ਗੱਲ ਦੱਸਦਾ, ਕੱਲ ਜੋ ਮੈਂ ਦੇਖਿਆ, ਮੈਨੂੰ ਕਿਸਾਨ ਕਿਤੇ ਸੜਕਾਂ ਤੇ ਦਿਖਿਆ ਹੀ ਨਹੀਂ। ਮੈਨੂੰ ਪਾਰਟੀਆਂ ਦੇ ਵਰਕਰ ਹੀ ਦਿਖੇ ਨੇ ਜਿਹੜੇ ਵਿਰੋਧ ਕਰ ਰਹੇ ਨੇ। ਤੇ ਇੱਦਾਂ ਦੀ ਸਿਆਸਤ ਨਾਲ ਪੰਜਾਬ ਨੂੰ ਗਾਲਣਾ ਕੋਈ ਚੰਗੀ ਗੱਲ ਨਹੀਂ। ਇਹ ਤਾਂ ਬਹਿ ਕੇ ਵਿਚਾਰ ਕੀਤੀ ਜਾ ਸਕਦੀ ਹੈ। ਹੋਰ ਬੜੇ ਤਰੀਕੇ ਨੇ। ਇੱਕ ਤੁਸੀਂ ਕਮੇਟੀ ਬਣਾ ਕੇ ਸੈਂਟਰ ਕੋ ਜਾ ਸਕਦੇ ਹੋ। ਤੁਸੀਂ ਸੈਂਟਰ ਕੋ ਜਾਓ, ਉਹਨਾਂ ਨੂੰ ਕੁਝ ਡਿਸਕਸ਼ਨ ਕਰੋ। ਸਾਡੀ ਡੀਸਟੇਬਿਲਿਟੀ ਪ੍ਰੋਡਿਊਸ ਹੋ ਰਹੀ ਸਾਡੀ ਸਟੇਟ ਦੇ ਵਿੱਚ, ਹੈ ਕਿ ਨਹੀਂ? ਬੜਾ ਕੁਝ ਇੱਦਾਂ ਕੀਤਾ ਜਾ ਸਕਦਾ। ਇਹ ਇੱਦਾਂ ਦੇ ਚੋਚਲੇ ਕਰਨ ਦੇ ਨਾਲ ਪਬਲਿਕ ਸਭ ਜਾਣਦੀ ਹੈ, ਪਬਲਿਕ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਅੱਛਾ, ਜਿਵੇਂ ਹੁਣ ਤੁਸੀਂ ਵੀ ਆਪਾਂ ਕਹਿ ਸਕਦੇ ਹਾਂ, ਕੁਝ ਦਿਨ ਪਹਿਲਾਂ ਤੱਕ ਤੁਸੀਂ ਵੀ ਕਹਿ ਰਹੇ ਸੀ ਮੈਂ ਕਿਸਾਨਾਂ ਦੇ ਹੱਕ 'ਚ ਆਇਆ, ਕੇਂਦਰ ਦਾ ਵਿਰੋਧ ਕਰ ਰਿਹਾ ਸੀ। ਤੁਹਾਡੇ ਮਾਧਿਅਮ ਰਾਹੀਂ ਕਹਿੰਦਾ, ਮੈਂ ਬਿਨਾਂ ਪੜ੍ਹੇ ਇਹਦੇ ਖਿਲਾਫ ਹੋ ਗਿਆ ਸੀ। ਅੱਛਾ, ਪਰ ਹੁਣ ਜਿਵੇਂ ਤੁਸੀਂ ਆਪਣੀ ਭਾਵਨਾ ਬਦਲੀ ਉਹਨੂੰ ਪੜ੍ਹਨ ਤੋਂ ਬਾਅਦ ਇਹ ਜਿਹੜਾ ਬੁਖਾਰ ਸਮਝ ਲਓ ਆਪਾਂ ਚੜਿਆ, ਮੈਨੂੰ ਗੱਲ ਯਾਦ ਆ ਗਈ ਕਿ ਅਸੀਂ ਛੋਟੇ ਹੁੰਦੇ ਸੀ ਤਾਂ ਸਕੂਲ 'ਚ ਕਿਸੇ ਬੱਚੇ ਨੇ ਨਹੀਂ ਆਉਣਾ। ਮੈਂ ਕਿਹਾ ਯਾਰ ਕੀ ਹੋਇਆ? ਕਹਿੰਦੇ ਕੱਲ ਮੈਨੂੰ ਨਾ ਦਿਲ ਨਹੀਂ ਸੀ ਕਰਦਾ ਆਉਣ ਦਾ ਤੇ ਮੈਂ ਨਾ ਬੁਖਾਰ ਚੜਾ ਲਿਆ। ਉਹਨੂੰ ਕਿਹਾ ਕਿਵੇਂ, ਤੈਨੂੰ ਬੁਖਾਰ ਕਿੱਦਾਂ ਚੜ ਗਿਆ? ਕਹਿੰਦਾ ਜੀ ਮੈਂ ਨਾ ਗੰਢਾ ਕਸ਼ ਵਿੱਚ ਰੱਖ ਲਿਆ ਸੀ। ਹੈਂ, ਮੰਮੀ ਡੈਡੀ ਨੇ ਹੱਥ ਲਾ ਕੇ ਦੇਖਿਆ, ਕਹਿੰਦੇ ਬੁਖਾਰ ਹੈਗਾ। ਬਾਅਦ 'ਚ ਕਹਿੰਦੇ ਆਪਾਂ ਗੰਢਾ ਸੁੱਟਿਆ ਪਰੇ ਤੇ ਆਪ ਖੇਡਣਾ ਸ਼ੁਰੂ ਕਰਤਾ। ਇਹ ਜਿਹੜਾ ਬੁਖਾਰ ਹੈ ਇਸ ਵੇਲੇ, ਜਿਹੜਾ ਕਿਸਾਨੀ ਨੂੰ ਚੜਾਤਾ ਗਿਆ ਵਿਰੋਧ ਦਾ, ਇਹ ਕਦੇ ਨਾ ਕਦੇ ਤਾਂ ਉਤਰਨਾ ਹੈ, ਬਹੁਤੀ ਲੰਬਾ ਦੇਰ ਤੱਕ ਚੱਲਣਾ ਨਹੀਂ। ਤੁਹਾਨੂੰ ਕੀ ਲੱਗਦਾ ਜਦੋਂ ਇਹ ਬੁਖਾਰ ਉਤਰਦਾ, ਜਦੋਂ ਇਸ ਐਕਟ ਨੂੰ ਲੋਕੀ ਪੜ੍ਹਨਗੇ ਜਾਂ ਇਹਦੇ ਬਾਰੇ ਜਿਹੜਾ ਵਿਚਾਰ ਕਰਨਗੇ, ਤੇ ਤੁਹਾਨੂੰ ਕੀ ਲੱਗਦਾ ਫਿਰ ਇਸ ਵੇਲੇ ਜਿਹੜੇ ਸਮੀਕਰਨ ਇਹ ਕੀ ਬਣਨਗੇ? ਮੈਂ ਦੱਸਦਾ ਜੀ, ਜਦੋਂ ਗੱਲ ਤੁਹਾਡੀ ਫਿਰ ਉੱਥੇ ਹੀ ਆ ਗਈ, ਜਦੋਂ ਇਹ ਬਿੱਲ ਪੜ੍ਹਿਆ ਜਾਊਗਾ ਨਾ, ਇਹਦੀ ਸਮਝ ਆਣੀ ਹੌਲੀ ਹੌਲੀ ਸ਼ੁਰੂ ਹੋਣੀ। ਇੱਕ ਗੱਲ ਹੋਰ ਮੈਂ ਗੁਰਪ੍ਰੀਤ ਜੀ ਤੁਹਾਡੇ ਮਾਧਿਅਮ ਨਾਲ ਦੱਸਦਾ, ਅੱਜ ਕੱਲ੍ਹ ਕੀ ਹੈ ਕਿ ਹਰ ਬੰਦਾ ਸੋਸ਼ਲ ਮੀਡੀਆ ਤੇ ਐਕਟਿਵ ਹੈ ਜੀ। ਹਰ ਬੰਦਾ ਸੋਸ਼ਲ ਮੀਡੀਆ ਤੇ ਇੱਕ ਮਸ਼ਹੂਰੀ ਲੱਭਦਾ, ਹੈ ਕਿ ਨਹੀਂ? ਤੁਸੀਂ ਚੈੱਕ ਕਰਦੇ ਹੋ, ਇਹ ਲੋਗੋ ਲਾ ਲੈਂਦੇ, ਆਈ ਐਮ ਸਪੋਰਟ ਵਿਦ ਫਾਰਮਰ, ਆਈ ਪ੍ਰੋਟੈਕਟ ਦਾ ਫਾਰਮਰ, ਹੈ ਕਿ ਨਹੀਂ? ਤੇ ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ ਵਾ, ਰੋਟੀਆਂ ਲੋਕੀ ਘੱਟ ਖਾਂਦੇ, ਕਣਕ ਦੀਆਂ ਬਣੀਆਂ ਪੀਜ਼ੇ ਜ਼ਿਆਦਾ ਖਾਂਦੇ ਨੇ, ਹੈ ਕਿ ਨਹੀਂ? ਮਤਲਬ ਕਿਸਾਨ ਦੇ ਤੇ ਤੁਸੀਂ ਜੇ ਇੰਨੇ ਹੱਕ ਦੇ ਵਿੱਚ ਹੋਵੋ, ਤੁਸੀਂ ਗਲੀ 'ਚ ਜਿਹੜਾ ਸਬਜ਼ੀ ਵੇਚਣ ਆਉਂਦਾ ਉਹਨਾਂ ਬਾਰਗੇਨਿੰਗ ਨਾ ਕਰੋ ਜੀ। ਤੁਸੀਂ ਤਾਂ ਉਹਨਾਂ ਵੀ ਬਾਰਗੇਨਿੰਗ ਕਰਦੇ, 5-10 ਰੁਪਏ ਸਾਨੂੰ, ਤੇ ਤੁਸੀਂ ਇਹ ਨਹੀਂ ਸੋਚਦੇ ਕਿਸਾਨ ਦੀ ਫਸਲ ਹੈ, ਚਲੋ ਪੈ ਕਿਸਾਨ ਨੂੰ ਜਾਣ ਦਿਓ। ਅਸੀਂ ਬਹੁਤ ਜ਼ਿਆਦਾ ਸੈਲਫਿਸ਼ ਹੋ ਗਏ ਹਾਂ। ਕੁਛ ਅਸੀਂ ਸੋਸ਼ਲ ਮੀਡੀਆ ਕਰਕੇ ਮਸ਼ਹੂਰੀ ਬਹੁਤ ਪਸੰਦ ਕਰਨ ਲੱਗ ਪਏ ਹਾਂ, ਉਹਦੇ ਕਰਕੇ ਇੱਕ ਵੇਵ ਕ੍ਰੀਏਟ ਹੋ ਗਈ ਪੂਰੇ ਪੰਜਾਬ ਦੇ ਵਿੱਚ, ਠੀਕ ਹੈ ਜੀ। ਆਈ ਸਪੋਰਟ ਫਾਰਮਰ, ਆਈ ਸਪੋਰਟ ਲਾਈਕ ਦਿਸ। ਹਾਂ, ਜਦੋਂ ਲੋਕਾਂ ਨੂੰ ਹੌਲੀ ਹੌਲੀ ਕਿਸਾਨਾਂ ਨੂੰ ਸਪੈਸ਼ਲੀ ਜਦੋਂ ਪ੍ਰੈਕਟੀਕਲੀ ਸ਼ੁਰੂ ਹੋ ਜਾਏਗਾ, ਦੇਖੋ ਸੈਂਟਰ ਗਵਰਨਮੈਂਟ ਨੇ ਰੋਕਿਆ ਨਹੀਂ ਜੀ। ਦੇਖੋ ਸਰਕਾਰ ਚਾਹੇ ਕਿ ਮੇਰੇ ਖਿਲਾਫ ਇੰਨਾ ਵਿਰੋਧ ਹੋਵੇ, ਬਿਹਾਰ ਦੀ ਇਲੈਕਸ਼ਨ ਸਿਰ ਤੇ ਹੈ, ਸਰਕਾਰ ਚਾਹੇਗੀ ਕਦੀ ਵਿਰੋਧ ਹੋਵੇ, ਸਾਡਾ ਵੋਟ ਬੈਂਕ ਖਰਾਬ ਹੋਵੇ। ਸਰਕਾਰ ਨੇ ਵੀ ਲੌਂਗ ਵਿਜ਼ਨ ਰੱਖ ਕੇ ਚੱਲਣਾ ਹੁੰਦਾ ਕਿ ਇਸ ਬਿੱਲ ਦੇ ਸਾਨੂੰ ਲੌਂਗ ਟਰਮ 'ਚ ਫਾਇਦੇ ਨੇ, ਘਾਟੇ ਨਹੀਂ ਹੈਗੇ। ਇਸੇ ਲਈ ਇਹ ਜਦੋਂ ਬਿੱਲ ਹੌਲੀ ਪ੍ਰੈਕਟੀਕਲੀ ਕਿਸਾਨਾਂ ਜਦੋਂ ਇਹਦੇ ਨਾਲ ਚੱਲਣਾ ਸ਼ੁਰੂ ਕਰਨਗੇ, ਤਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ, ਕਈ ਕਿਸਾਨ ਜਿਹੜੇ ਕਹਿਣਗੇ
ਬਿਲਕੁਲ ਸਹੀ ਬਿੱਲ ਬਣਿਆ, ਕੋਈ ਇਹਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਮਤਲਬ ਜਿਹੜੀ ਚੀਜ਼ ਨੂੰ ਆਪਾਂ ਫਿਰ ਰੋਕਣ ਲਈ ਹੋ ਸਕਦਾ ਵਿੱਚ ਬੀਜੇਪੀ ਦਾ ਪ੍ਰਭਾਵ ਜਿਹੜਾ ਉਹ ਪੰਜਾਬ 'ਚ ਨਾ ਪਵੇ, ਉਹਨੂੰ ਰੋਕਣ ਵਾਸਤੇ ਹੀ ਤਾਂ ਨਹੀਂ ਕਿਤੇ ਵੀ ਅਕਾਲੀ ਦਲ ਵੀ ਜਿਵੇਂ ਟੁੱਟਦੀ ਲੱਗਦੀ ਸੀ, ਜਾਂ ਜਿਹੜੀ ਕਾਂਗਰਸ ਸਰਕਾਰ ਨੂੰ ਵੀ ਲੱਗਦਾ ਸੀ, ਜਾਂ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਬੀਜੇਪੀ ਦਾ ਅਗਰ ਅੱਛਾ ਪ੍ਰਭਾਵ ਕਿਸਾਨਾਂ 'ਚ ਬਣ ਜਾਂਦਾ ਕਿ ਉਹ ਇਹਨਾਂ ਬਾਰੇ ਸੋਚਦੀ ਹੈ ਤੇ ਸਾਡੀ ਜਿਹੜੀ ਪੰਜਾਬ ਦੀ ਕਿਉਂਕਿ ਆਉਣ ਵਾਲੀ ਇਲੈਕਸ਼ਨ ਹੈ ਸਾਲ ਸਵਾ ਸਾਲ ਤੱਕ, ਉੱਤੇ ਵੀ ਪ੍ਰਭਾਵ ਹੋ ਸਕਦਾ। ਬਿਲਕੁਲ 2022 ਦੀ ਤਿਆਰੀ ਲਈ ਹੀ ਸਾਰਾ ਕੁਝ ਹੋ ਰਿਹਾ ਜੀ। ਮੈਂ ਤੁਹਾਨੂੰ ਸਿੱਧੀ ਗੱਲ, ਵੋਟ ਬੈਂਕ ਦੀ ਪੋਲਿਟਿਕਸ ਜਿਹੜੀ ਹੈ ਕਿਸਾਨਾਂ ਨੂੰ ਉਹ ਉਲਝਾਇਆ ਜਾ ਰਿਹਾ। ਤੇ ਬਾਕੀ ਮੈਂ ਤਾਂ ਤੁਹਾਨੂੰ ਫਿਰ ਉਹੀ ਗੱਲ ਕਹਿ ਰਿਹਾ, ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਸੋਚੀਏ। ਤੇ ਜੇ ਆਪਾਂ ਸਿਰਫ ਕਿਸਾਨੀ ਨੂੰ ਸੋਚੀਏ ਤਾਂ ਕਿਸਾਨੀ ਨੂੰ ਬਚਾਉਣ ਵਾਲਾ ਬਿੱਲ। ਅੱਛਾ, ਇਸ ਬਿੱਲ ਦੇ ਵਿੱਚ ਕੋਈ ਹੋਰ ਚੀਜ਼ ਐਸੀ ਜਿਹੜੀ ਕਿ ਗੱਲ ਰਹਿ ਗਈ ਹੋਵੇ ਕਰਨ ਵਾਲੀ, ਤੁਸੀਂ ਕੋਈ ਦੱਸਣੀ ਚਾਹੋ? ਤਿੰਨ ਚੀਜ਼ਾਂ ਦੱਸੀਆਂ ਸੀ, 2 ਦਾ ਤੁਸੀਂ ਜ਼ਿਕਰ ਕਰ ਦਿੱਤਾ, ਤੇ ਤੀਜਾ ਜਿਹੜਾ ਉਹ ਕੀ ਹੈ? ਮੈਂ ਦੱਸਦਾ ਜੀ, ਤੀਸਰਾ ਸੀ ਅਸੈਂਸ਼ੀਅਲ ਕਮੋਡਿਟੀ ਐਕਟ। ਅੱਛਾ ਜੀ। ਜਿਹਦੇ ਵਿੱਚ ਆਪਾਂ ਜੀ ਚੋਰ ਬਾਜ਼ਾਰੀ, ਜਿਵੇਂ ਕੋਈ ਕਿਸੇ ਦਾ ਸਟੋਰ ਹੈ ਆਲੂਆਂ ਦਾ, ਜਾਂ ਉਹ ਜ਼ਿਆਦਾ ਸਟੋਰ ਕਰਨ ਲੱਗ ਪੈਂਦਾ ਹੈ ਕਿ ਜਦੋਂ ਕੋਈ ਇਦਾਂ ਦਾ ਮੌਸਮ ਆਏਗਾ, ਪ੍ਰਭਾਵ ਆਏਗਾ, ਉਦੋਂ ਮੈਂ ਮਹਿੰਗਾ ਕਰਕੇ ਵੇਚਾਂਗਾ। ਇਹ ਚੀਜ਼ਾਂ ਨੂੰ ਵੀ ਸਟਾਕ ਲਿਮਿਟ ਨੂੰ ਖਤਮ ਕੀਤਾ ਗਿਆ। ਗਵਰਨਮੈਂਟ ਆਪਣੇ ਕੰਟਰੋਲ 'ਚ ਲੈ, ਜਦੋਂ ਕੋਈ ਇਦਾਂ ਦੇ ਅਭਾਵ ਆ ਜਾਏਗਾ, ਜਿਵੇਂ ਅੱਜ ਦੇਖੋ ਤੁਸੀਂ ਆਲੂ ਪਿਆਜ਼ 100 ਰੁਪਏ ਕਿਲੋ ਤੇ ਚਲਾ ਗਿਆ ਜੀ, ਹੈ ਨਾ ਜੀ। ਹੁਣ ਗਵਰਨਮੈਂਟ ਅਸੈਂਸ਼ੀਅਲ ਕਮੋਡਿਟੀਜ਼ ਹੈ, ਅਨੀਅਨ ਸਾਡਾ, ਉਹਨੂੰ ਕੰਟਰੋਲ ਕਰਕੇ ਆਪਣੇ ਰੇਟ ਤੇ ਵੇਚੇਗੀ। ਤੁਸੀਂ ਪਿੱਛੇ ਦੇਖਿਆ ਹੋਏਗਾ ਜਦੋਂ ਪਿਆਜ਼ ਦਾ ਬੜਾ ਜ਼ਿਆਦਾ ਰੌਲਾ ਪੈ ਗਿਆ ਸੀ, 120 130 ਰੁਪਏ ਵੀ ਚਲਾ ਗਿਆ ਸੀ, ਤੇ ਸਰਕਾਰ ਉਹਨੂੰ ਕੰਟਰੋਲ ਨਹੀਂ ਕਰ ਪਾ ਰਹੀ ਸੀ। ਅਸੈਂਸ਼ੀਅਲ ਕਮੋਡਿਟੀ ਦਾ ਮਤਲਬ ਇਹ ਜਿਹੜੀਆਂ ਮੇਨ ਜ਼ਰੂਰਤਾਂ ਵਾਲੀਆਂ ਵਸਤਾਂ ਨੇ, ਜਿਹੜੀ ਰਸੋਈ 'ਚ ਚੀਜ਼ ਬਣਨੀ ਹੈ, ਜਿਹੜੀ ਚਾਹੀਦੀ, ਆਲੂ ਚਾਹੀਦੇ ਹੀ ਚਾਹੀਦੇ ਆ, ਉਹਨੂੰ ਸਰਕਾਰ ਕੰਟਰੋਲ ਕਰੇਗੀ। ਕਿਉਂਕਿ ਸਾਡੀ ਆਬਾਦੀ ਬਹੁਤ ਵੱਡੀ ਹੈ। ਇੱਕ ਹੁੰਦਾ ਨਾ ਜੀ ਘਰ 'ਚ 5 ਦੀ ਤੇ ਬਰਾਬਰ ਵੰਡੀਏ। ਅੱਛਾ, ਉਸ ਜਿਹੜਾ ਕੰਟਰੋਲ ਤੁਸੀਂ ਕਹਿੰਦੇ ਕਰੀ ਸਰਕਾਰ, ਉਹਦਾ ਕਿਸਾਨ ਨੂੰ ਕੋਈ ਨੁਕਸਾਨ ਨਹੀਂ? ਕਿਸਾਨ ਨੂੰ ਤਾਂ ਕੋਈ ਨੁਕਸਾਨ ਨਹੀਂ। ਕਿਸਾਨ ਦੀ ਜਿਹੜੀ ਵਸਤ ਹੈ, ਉਹਦੀ ਜਿਹੜੀ ਐਗਰੀਕਲਚਰ ਪ੍ਰੋਡਿਊਸ ਹੈ, ਉਹਦੇ ਵਿੱਚ ਤਾਂ ਕੋਈ ਕਿਸਾਨ ਦਾ ਨੁਕਸਾਨ ਹੀ ਨਹੀਂ ਜੀ ਮੇਰੇ ਹਿਸਾਬ ਨਾਲ। ਨਹੀਂ, ਕਿਸਾਨ ਭੰਡਾਰ ਕਰ ਸਕਦਾ, ਉਹਦੇ ਉੱਤੇ ਵੀ ਲਿਮਿਟ ਹੋਏਗੀ, ਕਿਸਾਨ ਤੇ ਵੀ, ਵਪਾਰੀ ਤੇ ਵੀ, ਸਾਰਿਆਂ ਤੇ ਹੋਏਗੀ। ਨਹੀਂ, ਭੰਡਾਰਨ ਦੀ ਲਿਮਿਟ ਜਿਹੜੀ ਤੁਸੀਂ ਸਟਾਕ ਲਿਮਿਟ, ਉਹ ਵਪਾਰੀਆਂ ਤੇ ਲੱਗ ਗਈ ਹੈ ਜੀ ਮੇਰੇ ਹਿਸਾਬ। ਅੱਛਾ ਜੀ। ਵਪਾਰੀਆਂ ਤੇ 200% ਲੱਗ ਗਈ ਹੈ, ਉਹ ਨਹੀਂ ਕਰ ਸਕਦੇ ਹੁਣ ਬਹੁਤਾ ਸਟਾਕ। ਠੀਕ ਹੈ। ਉਹਦਾ ਕਾਰਨ ਹੈ ਕਿਉਂਕਿ ਅੱਗੇ ਸਟਾਕ ਬਹੁਤ ਜ਼ਿਆਦਾ ਕਰ ਲੈਂਦਾ ਸੀ। ਇਹ ਜਿਵੇਂ ਸ਼ੇਅਰ ਮਾਰਕੀਟ 'ਚ ਚੱਲਦਾ ਸੀ, ਇਹ ਸਟਾਕ ਕਰਕੇ ਉਹਨੂੰ ਮਹਿੰਗੇ ਰੇਟ ਤੇ ਵੇਚਣ ਲਈ ਆਪਣੇ ਸਾਰੇ ਕੋਲਡ ਸਟੋਰਾਂ 'ਚ ਸਟੋਰ ਕਰ ਲੈਂਦੇ ਸੀ। ਠੀਕ ਹੈ ਜੀ। ਹਾਂ, ਕਿਸਾਨ ਕੋਲੇ ਪਾਵਰ ਹੈਗੀ ਹੈ, ਸਟੋਰ ਕਰਨਾ ਚਾਹੁੰਦਾ ਹੈ, ਸਟੋਰ ਕਰੇ, ਆਪਣੀ ਮਰਜ਼ੀ ਨਾਲ ਵੇਚੇ। ਇਹ ਹੁਣ ਜਿਹੜੀ ਗੱਲ ਤੁਹਾਡੀ ਆਈ ਹੈ ਕਿ ਕਿਸਾਨ ਸਟੋਰ ਵੀ ਕਰ ਸਕਦਾ, ਪਿੱਛੇ ਜੇ 1 ਲੱਖ ਕਰੋੜ ਰੁਪਏ ਦਾ ਜਿਹੜਾ ਇੱਕ ਪੈਕੇਜ ਦੀ ਗੱਲ ਹੋਈ ਸੀ, ਉਹ ਬਜਟ ਰੱਖਿਆ ਗਿਆ ਸੀ, ਕਹਿੰਦੇ ਸੀ ਕਿਸਾਨ ਸੁਸਾਇਟੀਆਂ ਮਿਲ ਕੇ ਕੋਈ ਇੰਡਸਟਰੀ ਲਾਣਾ ਚਾਹੁਣ, ਕਿਸੇ ਦਾ ਕੁਝ ਵੀ ਚੀਜ਼ ਉਤਪਾਦ ਕਰਨਾ ਚਾਹਣ, ਸਟੋਰ ਚੇਨ ਖੋਲ੍ਹਣਾ ਚਾਹਣ, ਉਹ ਖੋਲ੍ਹ ਸਕਦੀਆਂ ਨੇ। ਉਹਦੇ ਵਾਸਤੇ ਲੋਨ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਜਿਵੇਂ ਆ ਇਸ ਵੇਲੇ ਮਾਹੌਲ ਬਣਿਆ ਹੋਇਆ, ਤੇ ਸਾਨੂੰ ਇਸ ਤਰ੍ਹਾਂ ਨਹੀਂ ਜਾਪਦਾ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਤੇ ਸਾਰੇ ਇਹਦਾ ਫਾਇਦਾ ਲੈ ਪਾਉਣਗੇ। ਲੇਕਿਨ ਕੁਝ ਜਿਹੜੇ ਵਪਾਰੀ ਪਹਿਲਾਂ ਹੀ ਅੱਧ ਤੋਂ ਜ਼ਿਆਦਾ ਜਿਹੜੇ ਵਪਾਰੀ ਬਣ ਚੁੱਕੇ, ਜਿਹੜੇ ਅਪ ਟੂ ਡੇਟ ਰਹਿੰਦੇ ਨੇ, ਉਹ ਤਾਂ ਹੋ ਸਕਦਾ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕਾਰਨ ਚੁੱਪ ਚਪੀਤੇ ਲੋਕਾਂ 'ਚ ਰੌਲਾ ਪਾ ਰੱਖਣ, ਨੁਕਸਾਨ ਹੈ ਤੇ ਆਪ ਅੱਗੇ ਫਾਇਦਾ ਲੈ ਜਾਣ। ਤੇ ਤੁਹਾਨੂੰ ਕੀ ਲੱਗਦਾ ਵੈਸੇ ਵੀ ਉਹਦਾ ਕੋਈ ਫਾਇਦਾ ਪੰਜਾਬ ਲੈਂਦਾ ਜਾਪਦਾ ਕੋਈ ਬੈਨੀਫਿਟ ਲਿਆ ਜਾ ਸਕਦਾ? ਕੀ ਕਰਨਾ ਜੀ? ਉਹ ਗੱਲ ਫਿਰ ਉੱਥੇ ਆ ਗਈ, ਮੈਂ ਜਿਵੇਂ ਟਮਾਟਰਾਂ ਦੀ ਐਗਜ਼ਾਮਪਲ ਦਿੱਤੀ ਸੀ, ਟਮਾਟਰ ਉਗਾ ਕੇ ਉਹਦੀ ਚਟਨੀ ਬਣਾ ਕੇ ਵੀ ਕਿਸਾਨ ਆਪ ਵੇਚ ਸਕਦਾ। ਸਰਕਾਰ ਨੇ ਤਾਂ ਇੱਥੇ ਤੱਕ ਸਕੀਮ ਰੱਖੀ ਹੈ ਨਾ ਜੀ। MSME ਦੇ ਵਿੱਚ ਜੋ ਚਾਹੁੰਦੇ ਨੇ, ਅਸੀਂ ਤੁਹਾਨੂੰ ਰਿਆਇਤਾਂ ਵੀ ਦਿੰਦੇ ਹਾਂ, ਤੁਸੀਂ ਸਾਡੇ ਕੋਲ ਫੈਸਿਲਿਟੀ ਲਓ। ਆਤਮ ਨਿਰਭਰਤਾ ਜਿਹਨੂੰ ਇਹ ਕਹਿੰਦੇ, ਆਤਮ ਨਿਰਭਰਤਾ ਦੇ ਨਾਲ ਚੱਲੋ। ਚਾਈਨਾ ਵਿੱਚ ਚੱਲ ਜਾਓ, ਬੱਚਾ +2 ਕਰਦਾ, ਨੌਕਰੀ ਨਹੀਂ ਕਰਦਾ, ਆਪਣੀ ਫੈਕਟਰੀ ਲਾਉਂਦਾ। ਸਾਡੇ ਹਿੰਦੁਸਤਾਨ 'ਚ ਪਤਾ ਨਹੀਂ ਕੀ ਕਮੀ, ਅਸੀਂ ਡਿਪੈਂਡੈਂਟ ਰਹਿੰਦੇ ਹਮੇਸ਼ਾ ਹੀ। ਅਸੀਂ ਸਰਕਾਰੀ ਨੌਕਰੀ ਭਾਲਦੇ, ਅਸੀਂ ਉਹਨੂੰ ਹੀ ਨੌਕਰੀ ਮੰਨਦੇ ਹਾਂ। ਅਸੀਂ ਸਰਕਾਰੀ ਨੌਕਰੀ ਭਾਲਦੇ, ਪਰ ਕਰਦੇ ਉਹ 'ਚ ਵੀ ਕੁਛ ਨਹੀਂ। ਸਰਕਾਰੀ ਮਤਲਬ ਇਹੀ ਕਰਨਾ ਹੀ ਕੁਛ ਨਹੀਂ। ਤੇ ਕਿਉਂ ਨਾ ਸਰਕਾਰ ਪ੍ਰਾਈਵੇਟਾਈਜੇਸ਼ਨ ਕਰੇ? ਅਸੀਂ ਆਪਣੇ ਬੱਚੇ ਪੜ੍ਹਾਉਂਦੇ ਹਾਂ ਪ੍ਰਾਈਵੇਟ ਸਕੂਲਾਂ 'ਚ, ਅਸੀਂ ਆਪਣਾ ਇਲਾਜ ਕਰਾਉਂਦੇ ਹਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ, ਅਸੀਂ ਬਿਲੀਵ ਕਰਦੇ ਹਾਂ ਪ੍ਰਾਈਵੇਟ ਟਰਾਂਸਪੋਰਟੇਸ਼ਨ ਦੇ ਵਿੱਚ। ਕਿਉਂ ਨਹੀਂ ਅਸੀਂ, ਜੇ ਰੇਲਵੇ ਸਾਡੀ ਪ੍ਰਾਈਵੇਟ ਕਿਉਂ ਨਾ ਹੋਵੇ ਜੀ? ਫਿਰ ਜੇ ਸਾਨੂੰ ਰੇਲਵੇ ਉਹ ਆਊਟਪੁੱਟ ਨਹੀਂ ਦੇ ਰਹੀ, ਕਿਉਂਕਿ ਅੱਜ ਕੱਲ੍ਹ ਹਰ ਬੰਦਾ ਅਕਾਊਂਟੇਬਿਲਿਟੀ ਮੰਗਦਾ, ਕਸਟਮਰ ਸੈਟਿਸਫੈਕਸ਼ਨ ਮੰਗਦਾ ਪਿਆ। ਸਰਕਾਰਾਂ ਨੂੰ ਤਾਂ ਹੀ ਲੱਗ ਰਿਹਾ ਪ੍ਰਾਈਵੇਟਾਈਜੇਸ਼ਨ ਕਰਨਾ। ਇਹ ਤਾਂ ਜਿਹੜੇ ਵਿੱਚ ਸਰਕਾਰੀ ਅਫਸਰ ਬੈਠੇ ਨੇ, ਬੈਠੇ ਇੰਨੇ ਪੈਸੇ ਕਮਾ ਲੈਂਦੇ ਨੇ, ਕਰਦੇ ਕੁਛ ਵੀ ਨੇ। ਉਹਨਾਂ ਨੇ ਇੱਕ ਹੋ ਹੱਲਾ ਕੀਤਾ ਹੋਇਆ, ਜਦ ਕਿ ਮੇਰੇ ਹਿਸਾਬ ਨਾਲ ਪਬਲਿਕ ਲਈ ਇਹ ਫਾਇਦੇ ਵਾਲੀਆਂ ਚੀਜ਼ਾਂ ਨੇ, ਪਬਲਿਕ ਲਈ ਨੁਕਸਾਨ ਕਿਤੇ ਵੀ ਹੈ ਨਹੀਂ। ਮਤਲਬ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਬਿੱਲ ਆਏ ਨੇ, ਇਹ ਜਿਹੜਾ ਇੱਕ ਨਵੇਂ ਰਸਤੇ ਖੋਲ੍ਹਦੇ ਨੇ ਕਿਸਾਨ ਵਾਸਤੇ? 200% ਜੀ। ਜੇ ਇਹ ਨਾ ਹੁੰਦੇ ਤਾਂ ਮੈਂ ਨਹੀਂ ਮੰਨਦਾ ਗੌਰਮੈਂਟ ਆਪਣਾ ਵੋਟ ਬੈਂਕ ਕਦੀ ਖਰਾਬ ਨਾ ਕਰਦੀ, ਨਾ ਹੀ ਇਹਨਾਂ ਨੂੰ ਲੈ ਕੇ ਆਂਦੀ, ਨਾ ਹੀ ਇਹਨਾਂ ਨੂੰ ਪਾਸ ਕਰਦੀ। ਦੇਖੋ, ਬੀਜੇਪੀ ਇੱਕ ਬਹੁਮਤ ਜਿੱਤ ਕੇ ਆਈ ਸਰਕਾਰ ਹੈ ਜੀ, ਠੀਕ ਹੈ ਜੀ। ਇਹ ਆਪਾਂ ਇਲਜ਼ਾਮ ਲਾ ਰਹੇ ਅੰਬਾਨੀ ਅੰਡਾਨੀ ਪਿੱਛੇ ਲੱਗੇ ਹੋਏ ਨੇ। ਦੇਖੋ, ਲੋਕੀ ਇੰਨੇ ਬੇਵਕੂਫ ਨਹੀਂ ਹੈਗੇ। ਕੁਛ ਸਾਲਾਂ 'ਚ ਹੀ ਤੁਹਾਡੇ ਸਾਹਮਣੇ ਸਭ ਕੁਝ ਆ ਜਾਣਾ ਕਿ ਅੰਬਾਨੀ ਕਿੰਨਾ ਤੇ ਅੰਡਾਨੀ ਕਿੰਨਾ, ਕਿਸ ਪਾਵਰ। ਹੁਣ ਤੁਹਾਡੇ ਕੋਲ ਇਹ ਤਾਂ ਹੈ ਨਹੀਂ ਅੰਬਾਨੀ ਤੁਹਾਡੇ ਘਰੋਂ ਆ ਕੇ ਰੋਟੀ ਚੱਕ ਕੇ ਖਾ ਜਾਏਗਾ, ਇੱਦਾਂ ਨਹੀਂ ਹੋ ਸਕਦਾ। ਕਿਸਾਨ ਦੀ ਤਾਕਤ ਹੈ, ਉਹਨੇ ਅੰਬਾਨੀ ਨੂੰ ਵੇਚਣਾ, ਉਹਨੇ ਪ੍ਰਾਈਵੇਟ ਕੰਪਨੀ ਨੂੰ ਵੇਚਣਾ, ਉਹਨੇ ਆੜ੍ਹਤੀਏ ਥਰੂ ਵੇਚਣਾ, ਉਹਦੀ ਮਰਜ਼ੀ ਹੈ, ਉਹੀ ਮਾਲਕ ਹੈ।
ਇਹ ਬਿੱਲ ਉਹੀ ਨੇ ਬਸ। ਉਮੀਦ ਹੈ ਜੀ ਇਸ ਗੱਲਬਾਤ ਤੋਂ ਬਾਅਦ ਸਾਨੂੰ ਇਹ ਸਮਝ ਆ ਗਈ ਹੋਏਗੀ ਕਿ ਕਿਸਾਨ ਨੂੰ ਇਸ ਬਿੱਲ ਦੇ ਰਾਹੀਂ ਕਿੰਨੀਆਂ ਜਿਹੜੀਆਂ ਉਹ ਤਾਕਤਾਂ ਦਿੱਤੀਆਂ ਗਈਆਂ ਨੇ, ਔਰ ਇਹਦੇ 'ਚ ਕੋਈ ਅਗਰ ਝੂਲ ਕਿਸੇ ਨੂੰ ਲੱਗਦੀ ਹੈ ਤੇ ਉਹ ਖੁਦ ਵੀ ਲੋਕ ਸਭਾ ਦੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਅਵੇਲੇਬਲ ਨੇ। ਇਹ ਐਕਟ ਉਹਨਾਂ ਨੂੰ ਉਤਾਰ ਕੇ ਇਹਦੀ ਪੁਣ ਛਾਣ ਕਰ ਸਕਦਾ। ਅਸੀਂ ਉਮੀਦ ਕਰਦੇ ਹਾਂ ਕਿ ਇਹਦੀ ਪੁਣ ਛਾਣ ਕਰਨੀ ਚਾਹੀਦੀ। ਸਾਨੂੰ ਸਿਆਸੀ ਲੀਡਰਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ, ਸਾਨੂੰ ਇੰਨੇ ਜ਼ਿਆਦਾ ਭੋਲੇ ਨਹੀਂ ਬਣਨਾ ਚਾਹੀਦਾ ਕਿ ਅਸੀਂ ਸਾਡਾ ਕੋਈ ਜਿਹੜਾ ਹੱਕ ਆ ਉਹ ਕੋਈ ਹੋਰ ਹੀ ਸਾਡੇ ਨਾਂ 'ਤੇ ਵੇਚ ਕੇ ਖਾਂਦਾ ਰਹੇ। ਤਾਂ ਉਮੀਦ ਹੈ ਕਿ ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਤੋਂ ਬਾਅਦ ਸਾਨੂੰ ਕਈ ਗੱਲਾਂ ਸਮਝ ਆ ਗਈਆਂ ਹੋਣਗੀਆਂ ਤੇ ਇਹ ਇੰਟਰਵਿਊ ਕਿਹੋ ਜਿਹੀ ਲੱਗੀ, ਇਹਨਾਂ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਿਆ, ਇਹਦੇ ਉੱਤੇ ਅਸੀਂ ਉਮੀਦ ਕਰਾਂਗੇ ਕਿ ਆਪ ਜੀ ਆਪਣੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓਗੇ। ਇੱਥੇ ਅਸੀਂ ਗੱਲਬਾਤ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ।